36 ਸਾਲ बाद ਜਦੋਂ ਤੁਸੀਂ 1984 ਦੇ ਜੂਨ ਦੇ ਪਹਿਲੇ ਹਫ਼ਤੇ ਨੂੰ ਯਾਦ ਕਰਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਇਸ ਹਮਲੇ ਦੀ ਕਿਸੇ ਵੀ ਤਰ੍ਹਾਂ ਬਹੁਤ ਵੱਡੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਸੀ। ਸੋ ਇਹ ਇੰਦਰਾ ਗਾਂਧੀ ਦਾ, ਕਾਂਗਰਸ ਦਾ ਇੱਕ ਬਹੁਤ ਵੱਡਾ ਆਪ ਦੀ ਜ਼ਿੰਦਗੀ ਦਾ ਸਭ ਤੋਂ, ਜਿਵੇਂ ਕਹਿੰਦੇ ਹੁੰਦੇ ਨਾ ਵੀ ਵੱਡੀ ਇੱਕ ਬਲੰਡਰ ਮਿਸਟੇਕ ਸੀ। ਉਸ ਤੋਂ ਬਾਅਦ ਲਿਖਾਰੀਆਂ ਨੇ ਵੀ ਲਿਖਿਆ ਬਹੁਤ ਕੁਝ ਵਾਪਰਿਆ ਜਿਹੜਾ ਕਿ ਵਾਪਸ ਮੁੜ ਕੇ ਆਉਣ ਵਾਲਾ ਨਹੀਂ ਸੀ। ਉਸ ਤੋਂ ਬਾਅਦ ਜਿਹੜੇ ਨਤੀਜੇ ਹੋਏ ਉਹ ਇੰਦਰਾ ਦੇ ਪਰਿਵਾਰ ਨੇ ਵੀ ਤੇ ਇਸ ਦੇਸ਼ ਨੇ ਵੀ ਤੇ ਲੋਕਾਂ ਨੇ ਵੀ ਭੁਗਤੇ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਜਦੋਂ ਕਿ ਇਹ ਗੱਲ ਬਿਲਕੁਲ ਕਲੀਅਰ ਆ ਅੱਜ ਤੱਕ ਵੀ। ਮੈਂ ਕੱਲ੍ਹ ਪਰਸੋਂ ਇਹਦੀ ਕਿਨਾ ਜਿਹੜੇ ਸਵਾਮੀ ਨੇ ਬੀਜੇਪੀ ਦੇ ਲੀਡਰ ਆ, ਜਿਹੜੇ ਇੰਟਰਵਿਊ ਕਰਨ ਵੀ ਆਏ ਸੀ, ਵਿੱਚ ਉਹਨਾਂ ਦੇ ਵਿਚੋਲਗੀ ਕਰਨ ਵੀ ਆਏ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸੰਤਾਂ ਨੇ ਆਪਦੇ ਸਮੇਂ ਦੇ ਅੰਦਰ ਕਿਤੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਸ ਮੌਕੇ ਤੇ ਇੱਕ ਮਾਹੌਲ ਪੈਦਾ ਕੀਤਾ ਗਿਆ ਕਿ ਇਹ ਸੰਤ ਜਿਹੜੇ ਆ ਇਹ ਹਿੰਦੂਆਂ ਨੂੰ ਮਾਰਦੇ ਆ। ਬੱਸਾਂ ਵਿੱਚੋਂ ਕੱਢ ਕੇ ਸਾਜ਼ਿਸ਼ਦੀਨ ਏਜੰਸੀਆਂ ਨੇ ਇਹ ਕਾਰਾ ਕੀਤਾ। ਇਸ ਤਰ੍ਹਾਂ ਦਾ ਮਾਹੌਲ ਪ੍ਰੈਸ ਦੇ ਮੀਡੀਆ ਰਾਹੀਂ ਉਛਾਲਿਆ ਗਿਆ ਤੇ ਇਹ ਗੱਲ ਦਿਖਾਈ ਗਈ ਕਿ ਇਹ ਜਿਹੜੇ ਲੋਕ ਨੇ ਇਹ ਹਿੰਦੂਆਂ ਦੇ ਖਿਲਾਫ ਨੇ, ਜਦੋਂ ਕਿ ਇਹ ਬਿਲਕੁਲ 100% ਗਲਤ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਕੋਈ ਮੂਵਮੈਂਟ ਜਿਹੜੀ ਆ ਉਹ ਕਿਸੇ ਫਿਰਕੇ ਦੇ ਖਿਲਾਫ ਨਹੀਂ ਸੀ। ਇੰਦਰਾ ਤੇ ਕਾਂਗਰਸ ਦੀ ਜਿਹੜੀ ਇੱਕ ਸਾਜ਼ਿਸ਼ ਸੀ, ਜਿਹੜੀ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਸਾਡੇ ਦੇ ਬੜੇ ਵੱਡੇ ਹਮਲੇ ਹੁੰਦੇ ਆਏ ਰਹੇ। ਬਾਬਾ ਠਾਰਾ ਸਿੰਘ ਸੀ, ਗਿਣਤੀ ਓਨੀ ਨਹੀਂ ਸੀ, ਪਰ ਜਿੱਡੀਆਂ ਫੌਜਾਂ ਨੇ ਆ ਕੇ ਉੱਥੇ ਹਮਲਾ ਕੀਤਾ ਤੇ ਜਿੰਨਾ ਉਹਨਾਂ ਨੂੰ ਪਛਾੜਨਾ ਪਿਆ। 3 ਦਿਨ ਬਾਅਦ ਵੀ ਉਹਨਾਂ ਕੋਲੇ ਆਪਣੇ ਹੱਥ ਵਿੱਚ ਕੁਝ ਨਹੀਂ ਸੀਗਾ। ਸਿਰਫ ਕਿ ਫੌਜ ਨਾਲ ਕਿਹੜੀ ਲੜਾਈ ਲੜ ਸਕਦੇ, ਟੈਂਕਾਂ ਤੋਪਾਂ ਨਾਲ ਕੋਈ ਲੜਾਈ ਲੜੀ ਜਾ ਸਕਦੀ ਹੈ। ਸਿਰਫ ਤੇ ਸਿਰਫ ਇੱਕ ਸਿੱਖੀ ਜਜ਼ਬਾ ਸੀ, ਜਿਹੜਾ ਜਜ਼ਬਾ ਉੱਥੇ ਲੜਿਆ। ਉਹਦੇ ਹਥਿਆਰਾਂ ਦਾ ਮੁਕਾਬਲਾ ਕੋਈ ਨਹੀਂ ਸੀ। ਆਰਮੀ ਨੂੰ ਉੱਥੇ ਲਗਾਉਣਾ ਪਿਆ, ਹਮਲਾ ਕੀਤਾ ਗਿਆ। ਮੰਗਾਂ ਕੀ ਸੀਗੀਆਂ ਉਸ ਸਮੇਂ ਸਿੱਖਾਂ ਦੀਆਂ? ਦੇਖੋ, ਮੰਗਾਂ ਤਾਂ ਇਹ ਮੰਗਾਂ ਦਾ ਮਤਲਬ ਕੋਈ ਇਹ ਹਮਲਾ ਨਹੀਂ ਹੋ ਸਕਦਾ ਸੀ। ਹਮਲਾ ਤਾਂ ਜਾਣਬੁੱਝ ਕੇ ਕੀਤਾ ਗਿਆ, ਸਾਜ਼ਿਸ਼ ਅਧੀਨ ਕੀਤਾ ਗਿਆ ਤਾਂ ਕਿ ਸਿੱਖਾਂ ਨੂੰ ਮਾਰਿਆ ਜਾਵੇ, ਸਿੱਖਾਂ ਨੂੰ ਦਰੜਿਆ ਜਾਵੇ। ਤਾਂ ਉਹਦਾ ਜਿਹੜਾ ਨਤੀਜਾ ਨਿਕਲਿਆ, ਉਹਦਾ ਨਤੀਜਾ ਸੀ ਕਿ ਇੰਦਰਾ ਗਾਂਧੀ ਦੇ ਪੁੱਤਰ ਨੂੰ ਏਡੀ ਵੱਡੀ ਇੱਕ ਕਹਿੰਦੇ ਹੁੰਦੇ ਆ ਵਿਕਟਰੀ, ਕਲੀਨ ਸਵੀਪ ਮਿਲੀ ਜਦੋਂ ਉਹਦੇ ਰਾਜੀਵ ਗਾਂਧੀ ਨੂੰ ਜਦੋਂ ਪ੍ਰਧਾਨ ਮੰਤਰੀ ਬਣਿਆ। ਅੱਜ ਤੱਕ ਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਸਮਰਥਨ ਉਸ ਨੂੰ ਪ੍ਰਾਪਤ ਹੋਇਆ, ਜਿਹੜੀ ਚੀਜ਼ ਇੰਦਰਾ ਗਾਂਧੀ ਨੇ ਸੋਚੀ ਸੀ। ਤੇ ਆਪਾਂ ਗੱਲ ਕਰੀਏ, ਕਾਫੀ ਸਾਰੇ ਉਦੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਗਿਆ, ਤਸੀਹੇ ਦਿੱਤੇ ਗਏ। ਤੁਸੀਂ ਵੀ ਕਾਫੀ ਸਾਲ ਜੇਲ੍ਹ ਕੱਟ ਕੇ ਆਏ ਹੋ, ਥੋੜ੍ਹਾ ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਜੇਲ੍ਹ 'ਚ ਗਏ, ਕੀ ਤੁਹਾਡੇ ਨਾਲ ਉੱਥੇ ਵਿਤਕਰਾ ਕੀਤਾ ਗਿਆ? ਫੌਜਾਂ ਦੋ ਦੀਆਂ ਲੜਦੀਆਂ ਨੇ ਤੇ ਵਿਰੋਧੀ ਦੇਸ਼ ਦੇ ਫੌਜੀ ਫੜੇ ਜਾਂਦੇ ਤੇ ਉਹਨਾਂ ਦੇ ਵੀ ਇੱਕ ਕਾਨੂੰਨ ਹੁੰਦਾ ਕਿ ਇਹਨਾਂ ਨੂੰ ਕਿਸ ਢੰਗ ਨਾਲ ਰਹਿਣਾ। ਪਰ ਜੋ ਕੁਝ ਸਾਡੇ ਨਾਲ ਉੱਥੇ ਵਾਪਰਿਆ, ਤੁਹਾਨੂੰ ਦੱਸ ਦਈਏ ਕਿ ਜਦੋਂ ਫੌਜੀ ਕੈਂਪ ਹੋਏ ਸੀ, ਜਿਹੜੀ ਸਭ ਤੋਂ ਮਾੜੀ ਮੈਨੂੰ ਲੱਗਦਾ ਵੀ ਸ਼ਾਇਦ ਸਿੱਟੀ ਹੋਈ ਸਬਜ਼ੀ ਹੁੰਦੀ ਸੀ, ਸੁੰਡੀਆਂ ਵਾਲੀ। ਸਾਡੀਆਂ ਸਬਜ਼ੀਆਂ ਵਿੱਚ ਆਮ ਤੌਰ 'ਤੇ ਸੁੰਡੀਆਂ, ਜੇ ਅਸੀਂ ਚਾਹ, ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ, ਸ਼ਾਇਦ ਇਹ ਕਹੋਗੇ ਵੀ ਪਤਾ ਨਹੀਂ ਇਹ ਕਿਉਂ ਬੋਲ ਰਿਹਾ। ਜਿਹੜੀ ਸਾਨੂੰ ਚਾਹ ਮਿਲਦੀ ਸੀ, ਚਾਹ ਦੇ ਵਿੱਚ ਵੀ 20-50 ਸੁਸਰੀਆਂ ਹੁੰਦੀਆਂ ਸੀ। ਆਟੇ ਵਿੱਚ ਸੁਸਰੀ ਆਮ ਸੀ, ਕੋਈ ਇਸੇ ਸੀ ਗਰੇਜ ਨਹੀਂ ਸੀ ਕਰਦੇ। ਇਹੋ ਜਿਹਾ ਦੌਰ ਹੀ ਸਾਡੇ ਨਾਲ ਜੋਧਪੁਰ ਜੇਲ੍ਹ ਦੇ ਅੰਦਰ ਰਿਹਾ। ਉੱਥੇ ਵੀ ਵਿਸ਼ੇਸ਼ ਕਰਕੇ ਯਾਨੀ ਸਾਨੂੰ ਇਸ ਤਰ੍ਹਾਂ ਰੱਖਿਆ ਗਿਆ ਕਿ ਇਹ ਬਹੁਤ ਮਾੜੇ ਲੋਕ ਨੇ। ਸੁਣਨ ਨੂੰ ਮਿਲਦਾ ਕਿ ਜਿਹੜੇ ਸਿੱਖ ਆਗੂ ਸੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਚੜੂਗਾ ਤਾਂ ਸਾਡੀ ਛਾਤੀਆਂ ਦੇ ਉੱਤੋਂ ਲੰਘਣਾ ਪਏਗਾ। ਪਰ ਜਦੋਂ ਉਹ ਹਮਲਾ ਹੋਇਆ ਉਦੋਂ ਸਿੱਖ ਜਥੇਬੰਦੀਆਂ ਕਿੱਥੇ ਸੀ? ਉਹ ਮਰਜੀਵੜਿਆਂ ਵਿੱਚ ਬਹੁਤ ਸਾਰੇ ਲੋਕ ਸਨ, ਲੀਡਰ ਵੀ ਸਨ, ਹੋਰ ਵੀ ਸਨ। ਸੋ ਜਿਨ੍ਹਾਂ ਨੂੰ ਉਸ ਸਮੇਂ ਦੀ ਚਿਣਕ ਸੀ ਉਹ ਗਏ ਵੀ, ਉਹਨਾਂ ਨੇ ਬਾਅਦ 'ਚ ਲੜਾਈਆਂ ਵੀ ਲੜੀਆਂ, ਕਿਉਂਕਿ ਸਿਆਸੀ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਜਿਹੜਾ ਸਰਕਾਰਾਂ ਦੇ ਨਾਲ ਜਿਹੜਾ ਤਾਲਮੇਲ ਉਹ ਇੱਕ ਬੜਾ ਨੇੜਤਾ ਦਾ ਹੋ ਜਾਂਦਾ। ਸੋ ਉਹਨਾਂ ਦਾ ਅਤੇ ਸੰਤਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਸਨ ਜਿਨ੍ਹਾਂ ਨੇ ਲੜਾਈ ਲੜੀ ਆ, ਉਹਨਾਂ ਦਾ ਭਾਵੇਂ ਸਰਕਾਰਾਂ ਵਖਰੇਵਾਂ ਕਰਦੀਆਂ ਰਹੀਆਂ ਪਰ ਫਿਰ ਵੀ ਉਹ ਲੋਕ ਜਿਹੜੇ ਆ ਉਹਨਾਂ ਸਮਿਆਂ 'ਚ ਸਾਡੇ ਨਾਲ ਜੇਲ੍ਹ ਦੇ ਵਿੱਚ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਵੇਲੇ ਅਸਤੀਫਾ ਦਿੱਤਾ ਤੇ ਸਾਡੇ ਜਿਹੜੇ IPS ਆਫੀਸਰ ਸੀ ਸਿਮਰਨਜੀਤ ਸਿੰਘ ਮਾਨ ਜੋ ਹੁਣ ਆਪਣੀ ਪਾਰਟੀ ਚਲਾਉਂਦੇ ਨੇ, ਉਹਨਾਂ ਨੇ ਵੀ ਉਦੋਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ, ਜੇਲ੍ਹਾਂ ਕੱਟੀਆਂ। ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ? ਇੱਥੇ ਰਾਜਸਥਾਨ ਤੋਂ ਫੌਜਾਂ ਨੇ ਬਗਾਵਤ ਕਰ ਲਈ, ਕਿੰਨੇ ਫੌਜੀ ਜਿਹੜੇ ਆ ਉਹਨਾਂ ਨੇ ਬਗਾਵਤ ਕੀਤੀ, ਇਹ ਵੱਡੀ ਗੱਲ ਸੀ। ਉਸ ਤੋਂ ਬਾਅਦ ਜਿਹੜੇ ਸਾਡੇ ਕੁਝ ਅਖਬਾਰ ਨਵੀਸ ਸੀ ਉਹਨਾਂ ਨੇ ਅਸਤੀਫੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ, ਸਿਮਰਨਜੀਤ ਸਿੰਘ ਮਾਨ
ਜਿਨ੍ਹਾਂ ਦੀ ਮੈਂ ਅੱਜ ਵੀ ਬੜੀ ਦਿਲ ਤੋਂ ਕਦਰ ਕਰਦਾ, ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਆ ਕੇ ਜਿਵੇਂ ਕਹਿੰਦੇ ਨੇ ਇਹ ਹੱਕ ਵਿੱਚ ਕੀਤੀ ਆ। ਹਰ ਸਿੱਖ ਦੇ ਮਨ ਦੇ ਅੰਦਰ ਅੱਜ ਵੀ ਇੰਨੀ ਦੇਰ ਲੰਘਣ ਤੋਂ ਬਾਅਦ ਵੀ ਹਰ ਸਿੱਖ ਦੇ ਮਨ ਦੇ ਅੰਦਰ ਇੱਕ ਦਰਦ ਹੈ, ਕਿਉਂਕਿ ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਦਾ, ਗੁਰ ਸਥਾਨਾਂ ਦਾ ਕਦੇ ਵੀ ਅਪਮਾਨ ਨਹੀਂ ਹੋਣ ਦਿੰਦਾ। 1984 ਦੇ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਫੌਜ ਵੱਲੋਂ। ਕਾਫੀ ਜਿਹੜੇ ਸਿੱਖ ਆਗੂ ਨੇ ਉਸ ਦੇ ਚਸ਼ਮਦੀਦ ਗਵਾਹ ਵੀ ਰਹੇ ਨੇ, ਕਾਫੀ ਜਿਹੜੇ ਤਸੀਹੇ ਨੇ ਸਿੱਖ ਕੌਮ ਨੇ ਉਸ ਵੇਲੇ ਦੇਖੇ ਨੇ। ਇਹ ਕਿਉਂ ਹੋਇਆ, ਇਸ ਨੂੰ ਘੱਲੂਘਾਰਾ ਸਪਤਾਹ ਕਿਉਂ ਕਿਹਾ ਜਾਂਦਾ? ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਪਹਿਲੇ ਹਫ਼ਤੇ ਨੂੰ ਸ਼ਹੀਦੀ ਸਪਤਾਹ ਵੀ ਕਿਹਾ ਜਾਂਦਾ, ਘੱਲੂਘਾਰਾ ਸਪਤਾਹ ਵੀ ਕਿਹਾ ਜਾਂਦਾ। ਇਹ ਕਿਉਂ ਕਿਹਾ ਜਾਂਦਾ? ਉਦੋਂ 1984 ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਕੀ ਵਾਪਰਿਆ ਸੀ, ਕੀ ਹੋਇਆ ਸੀ, ਕਿਉਂ ਹੋਇਆ ਸੀ? ਇਸ 'ਤੇ ਹੀ ਸਾਡੇ ਨਾਲ ਗੱਲਬਾਤ ਕਰਨ ਲਈ ਉਸ ਵੇਲੇ ਜੋ ਚਸ਼ਮਦੀਦ ਗਵਾਹ ਰਹੇ ਨੇ ਸਾਰੇ ਸਾਕੇ ਦੇ, ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੁਰਚਰਨ ਸਿੰਘ ਗਰੇਵਾਲ ਜੀ, ਜੋ ਇਸ ਸਮੇਂ SGPC ਦੇ ਮੈਂਬਰ ਵੀ ਨੇ ਤੇ ਫੈਡਰੇਸ਼ਨ ਦੇ ਵੀ ਮੈਂਬਰ ਨੇ। ਗੁਰਚਰਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਰ, 36 ਸਾਲ ਬਾਅਦ ਜਦੋਂ ਤੁਸੀਂ 1984 ਦੇ ਜੂਨ ਦੇ ਪਹਿਲੇ ਹਫ਼ਤੇ ਨੂੰ ਯਾਦ ਕਰਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਸਰਨਦੀਪ ਜੀ, ਬੜਾ ਜਿਹੜੀ ਇਹ ਗੱਲ ਤੁਸੀਂ ਅੱਜ ਲੈ ਕੇ ਆ ਰਹੇ ਹੋ, ਇਹ ਸਿੱਖ ਕੌਮ ਦੇ ਦਿਲਾਂ ਦੇ ਉੱਤੇ ਇੱਕ ਰਿਸਦਾ ਜ਼ਖਮ ਹੈ ਜਿਹੜਾ ਭਰਿਆ ਨਹੀਂ ਗਿਆ ਤੇ ਗਾਂ ਭਰਨਾ ਵੀ ਨਹੀਂ। ਕਿਉਂਕਿ ਪਿਛਲੇ ਸਮੇਂ ਵੀ ਜਿਹੜੀ ਸਿੱਖ ਕੌਮ ਹੈ ਇਹਦੀ ਜਿਹੜੀ ਉਮਰ ਹੈ, ਅਸੀਂ 1699 ਦੀ ਵਿਸਾਖੀ ਗਿਣਦੇ ਹਾਂ, ਉਸ ਤੋਂ ਬਾਅਦ ਬੜੇ ਐਸੇ ਸਾਡੇ ਤੇ ਹਮਲੇ ਹੋਏ ਨੇ, ਬਹੁਤ ਜ਼ਬਰ ਹੋਇਆ ਤੇ ਸਿੱਖ ਇੱਕ ਵਿਲੱਖਣ ਕੌਮ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ, ਜ਼ਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਵਿੱਚ ਸਾਹਮਣੇ ਆਈ। ਸੋ ਇਹਦੇ ਤੇ ਹਮਲੇ ਬਹੁਤ ਹੋਏ ਨੇ। ਉਹ ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਹਨਾਂ ਸਾਰਿਆਂ ਹਮਲਿਆਂ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਗੁਰੂ ਦੀ ਦਿੱਤੀ ਕਿਰਪਾ ਨਾਲ ਚੜ੍ਹਦੀ ਕਲਾ ਤੇ ਸੁਰਖਰੂ ਹੋ ਕੇ ਨਿਕਲੀ ਆ। ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਆ, ਜਿਹਨੂੰ ਨੀਲਾ ਸਾਕਾ ਤਾਰਾ ਵੀ ਆਪਾਂ ਕਹਿ ਦਿੰਦੇ ਹਾਂ, ਜਿਹਦਾ ਤੁਸੀਂ ਜ਼ਿਕਰ ਕੀਤਾ ਸਪਤਾਹ ਦੀ, ਘੱਲੂਘਾਰਾ ਸਪਤਾਹ ਦੀ, ਵਾਕਿਆ ਹੀ ਇਹ ਗੱਲ ਠੀਕ ਹੈ ਕਿ 1 ਤਰੀਕ ਨੂੰ ਸਾਨੂੰ ਇਹ ਯਾਦ ਆ ਕਿ 1 ਤਰੀਕ ਨੂੰ ਉੱਥੇ ਦਰਬਾਰ ਸਾਹਿਬ ਤੇ ਗੋਲੀ ਚੱਲੀ, ਜਿਸ ਦੇ ਅੰਦਰ ਪਹਿਲਾ ਇੱਕ ਸਿੰਘ ਮਹਿੰਗਾ ਸਿੰਘ ਸ਼ਹੀਦ ਹੋਇਆ ਜੋ ਕੋਈ ਬੱਬਰ ਖਾਲਸਾ ਨਾਲ ਸੰਬੰਧਿਤ ਰੱਖਦਾ ਸੀ। CRP ਦੀ ਉਸ ਦਿਨ ਜਿਹੜੀ ਇਹ ਗੋਲੀ ਚੱਲੀ ਆ ਤੇ ਉਸ ਤੋਂ ਬਾਅਦ ਜਿਹੜਾ ਵਾ 2 ਤਰੀਕ ਨੂੰ ਕਰਫਿਊ ਲੱਗ ਜਾਂਦਾ। ਤੇ ਤੁਹਾਨੂੰ ਮੈਂ ਇਹ ਗੱਲ ਯਾਦ ਕਰਵਾ ਦਿਆਂ ਕਿਉਂਕਿ ਉਸ ਸਮੇਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਉਸ ਸਮੇਂ ਡਿਕਟੇਟਰ ਜਿਹੜੇ ਮੋਰਚੇ ਦੇ ਸੀਗੇ ਹਰਚੰਦ ਸਿੰਘ ਜੀ ਲੌਂਗੋਵਾਲ, ਉਹਨਾਂ ਨੇ ਸੰਗਤਾਂ ਦੇ ਨਾਲ ਇੱਕ ਅਹਿਦ ਲੈਣਾ ਸ਼ੁਰੂ ਕਰਤਾ ਸੀ ਕਿ ਮਰਜੀਵੜੇ ਪੈਦਾ ਕੀਤੇ ਸੀ। ਸੋ ਜਿਹੜੇ ਲੋਕ ਉੱਥੇ ਆਉਂਦੇ ਸੀ ਤੇ ਉਹ ਆਪਣੇ ਆਪ ਨੂੰ ਮਰਜੀਵੜਿਆਂ 'ਚ ਦਾਖਲ ਕਰਦੇ ਸੀ ਵੀ ਜੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਤਾਂ ਜਿਹੜੇ ਇੱਥੇ ਦਰਬਾਰ ਸਾਹਿਬ ਦੀ ਰਾਖੀ ਕਰਨ ਵਾਸਤੇ ਸਿੱਖ ਸੰਗਤ ਆਏਗੀ। ਕਿਉਂਕਿ ਇਹ ਗੱਲ ਤਾਂ ਬੁਨਿਆਦੀ ਤੌਰ 'ਤੇ ਆਪਾਂ ਸਾਰੇ ਸਮਝਦੇ ਹਾਂ ਕਿ ਦਰਬਾਰ ਸਾਹਿਬ ਨਾਲ, ਸ੍ਰੀ ਅਕਾਲ ਤਖਤ ਸਾਹਿਬ ਨਾਲ ਸਿੱਖਾਂ ਦੀਆਂ ਭਾਵਨਾਵਾਂ ਕਿਸ ਕਦਰ ਜੁੜੀਆਂ ਵੀ। ਤੋ ਉਸ ਸਮੇਂ ਜਦੋਂ 1 ਤਰੀਕ ਨੂੰ ਗੋਲੀ ਚੱਲਦੀ ਆ ਤੇ ਬਹੁਤ ਸਾਰੇ ਜਿਹੜੇ ਸਿੱਖ ਸੀਗੇ, ਨੌਜਵਾਨ ਸੀ ਖਾਸ ਤੌਰ 'ਤੇ, ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸੀਗੇ, ਉਹ ਫਿਰ ਸਾਰੇ ਦਰਬਾਰ ਸਾਹਿਬ ਆਉਣੇ ਸ਼ੁਰੂ ਹੋ ਗਏ। ਭਾਵੇਂ ਕਿ ਉਦੋਂ 2 ਤਰੀਕ ਦਾ ਕਰਫਿਊ ਸੀ। ਮੈਨੂੰ ਯਾਦ ਅੱਜ ਵੀ ਉਹ ਦਿਨ ਕਿ ਅਸੀਂ ਕਿੰਨੇ ਯੱਬ ਦੇ ਨਾਲ, ਮੈਂ ਇਹਨੂੰ ਸ਼ਬਦ ਵਰਤਦਾ ਪੰਜਾਬੀ ਦਾ, ਕਿ ਅਸੀਂ ਉੱਥੇ ਪਹੁੰਚੇ। ਉੱਥੇ ਅੰਦਰ ਐਂਟਰ ਨਹੀਂ ਸੀ ਕਰਨ ਦੇ ਰਹੇ। ਉੱਥੇ ਸ਼ਾਮ ਨੂੰ 4, 5, 6 ਵੱਜ ਗਏ। 6 ਵਜੇ ਤੱਕ ਸਾਨੂੰ ਅੰਦਰ ਨਾ ਜਾਣ ਦਿੱਤਾ। ਫਿਰ ਇੱਕ ਜਿਹੜਾ ਜਥਾ ਆਇਆ, ਜਿਹੜਾ ਜਥਾ ਲੰਗਰ ਲੈ ਕੇ ਆਇਆ ਸੀ, ਉਸ ਟਰਾਲੀ ਦੇ ਨਾਲ ਅਸੀਂ ਗਏ। DC ਤੋਂ ਪਰਮਿਸ਼ਨ ਲਈ। ਅਸੀਂ 2 ਨੌਜਵਾਨ ਸੀ ਇੱਥੇ ਜਗਰਾਉਂ ਤੋਂ, ਤੇ ਅਸੀਂ ਕਿਵੇਂ ਉੱਥੇ ਗਏ ਤੇ ਉਹ ਜਾਣ ਦੇ ਵਿੱਚ ਦਾ ਜਿਹੜਾ ਦਰਬਾਰ ਸਾਹਿਬ ਪਹੁੰਚਣ ਦਾ ਤੇ ਧਰਮ ਸਿੰਘ ਮਾਰਕੀਟ ਦੇ ਵਿਚਾਲੇ ਦਾ ਵਕਫਾ ਮੈਨੂੰ ਅੱਜ ਵੀ ਯਾਦ ਆ ਕਿ ਕਿਸ ਤਰ੍ਹਾਂ ਦਾ ਮਾੜਾ ਹਾਲਾਤ ਸੀ ਕਿ CRP ਵਾਲੇ ਸਾਡੇ ਤੇ ਇੰਨੇ ਜ਼ਿਆਦਾ ਖਫਾ ਸੀ ਕਿ ਕਿਸੇ ਟਾਈਮ ਵੀ ਗੋਲੀ ਚਲਾ ਕੇ ਮਾਰ ਸਕਦੇ ਸੀ। ਤੇ ਉਹ ਬਹੁਤ ਇੱਕ ਭਿਆਨਕ ਦੌਰ ਚੱਲ ਰਿਹਾ ਸੀ। ਇੱਦਾਂ ਲੱਗ ਰਿਹਾ ਸੀ ਵੀ ਜਿਵੇਂ ਦਰਬਾਰ ਸਾਹਿਬ ਦਾ ਘੰਟਾ ਘਰ ਤੇ ਜਿਹੜੀ ਧਰਮ ਸਿੰਘ ਮਾਰਕੀਟ ਹੈ, ਇਹ 2 ਦੇਸ਼ਾਂ ਦੀਆਂ ਸਰਹੱਦਾਂ ਨੇ। ਉੱਥੇ CRP ਦਾ ਜਿਸ ਤਰ੍ਹਾਂ ਦਾ ਮਾਹੌਲ ਸੀ, ਕਿਵੇਂ ਵੀ ਹੋਇਆ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰ ਗਏ। ਚਲੋ 3 ਤਰੀਕ ਨੂੰ ਕਰਫਿਊ ਖੋਲ੍ਹਿਆ ਜਾਂਦਾ ਕਿਉਂਕਿ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਜਿਹੜਾ ਸੀਗਾ, ਉਸ ਕਰਕੇ ਬਹੁਤ ਵੱਡੀ ਪੱਧਰ 'ਤੇ ਸੰਗਤਾਂ ਉੱਥੇ ਆਈਆਂ। ਤਾਂ ਇਹ ਗੱਲ ਜਿਹੜੀ ਹੈ ਸਾਹਮਣੇ ਆ ਗਈ ਸੀ ਕਿ ਜਿਹੜਾ 3 ਤਰੀਕ ਨੂੰ ਜਿਹੜਾ ਵਾ, ਕਿਉਂਕਿ ਫੌਜ ਨੇ ਪੋਜੀਸ਼ਨਾਂ ਜਿਹੜੀਆਂ ਮੋਰਚੇ ਦੀਆਂ ਜਿਹੜੀਆਂ ਪਹਿਲਾਂ CRPF ਕੋਲੇ ਸੀ ਜਾਂ ਹੋਰ ਕਿਸੇ ਫੋਰਸ ਕੋਲੇ ਸੀ, ਫੌਜ ਨੇ 3 ਤਰੀਕ ਨੂੰ ਪੋਜੀਸ਼ਨਾਂ ਲੈ ਲਈਆਂ ਸੀ। ਤੇ ਉਹ ਇਹ ਗੱਲ ਕਰੀਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕੋਲ ਇਹ ਗੱਲ ਪਹੁੰਚ ਚੁੱਕੀ ਸੀ ਕਿ ਫੌਜ ਜਿਹੜੀ ਹੈ ਹਮਲਾ ਕਰੇਗੀ। ਚਲੋ ਭਾਵੇਂ ਕਿ ਅਸੀਂ ਆਪਦੇ ਰੂਟੀਨ ਮੁਤਾਬਕ 3 ਤਰੀਕ ਨੂੰ ਵਾਪਸ ਆਉਣਾ ਸੀ, ਪਰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਅਸੀਂ ਉੱਥੇ ਹੀ ਰਹੇ ਕਿਉਂਕਿ ਜਿਸ ਗੱਲ ਦੇ ਮਕਸਦ ਲਈ ਅਸੀਂ ਗਏ ਸੀ। ਉਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹ ਕਿਉਂ ਹੋਇਆ, ਇਹਦੇ ਵਿੱਚ ਇਹ ਗੱਲ ਬੜੀ ਜਾਣਨ ਵਾਲੀ ਆ ਤੇ ਪੜਚੋਲਣ ਵਾਲੀ ਆ
ਕਿ ਇਹ ਜਿਹੜਾ ਹਮਲਾ ਵਾ ਇਹ ਉਸ ਮੌਕੇ ਦੀ ਜਿਹੜੀ ਆਪਣੀ ਇੱਕ ਆਇਰਨ ਲੇਡੀ ਜਿਹਨੂੰ ਕਹਿੰਦੇ ਸੀ, ਜਿਹੜੀ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਬੜੀ ਵੱਡੀ ਇੱਕ ਸਿਆਸਤਦਾਨ ਸਮਝਦੀ ਸੀ, ਇੰਦਰਾ ਗਾਂਧੀ, ਜਿਹੜੀ ਆਪਦੀ ਸਿਆਸਤ ਵਿੱਚ ਫੇਲ ਹੋ ਗਈ। ਉਹਨੇ ਐਮਰਜੈਂਸੀ ਦਾ ਮੋਰਚਾ ਲਾਇਆ, ਹੋਰ ਕਰਕੇ ਜਿਹੜੀ ਲਾਈ, ਉਸ ਦੇ ਵਿੱਚ ਉਹ ਫੇਲ ਹੋ ਗਈ। ਉਹਦਾ ਰਾਜਸੀ ਆਧਾਰ ਜਿਹੜਾ ਸੀ ਉਹ ਹਿੰਦੁਸਤਾਨ ਵਿੱਚੋਂ ਖਤਮ ਹੋ ਗਿਆ। ਉਹਨੇ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਇਸ ਆਧਾਰ ਨੂੰ ਕਾਇਮ ਰੱਖਣ ਵਾਸਤੇ ਉਹਨੇ ਇਸ ਪੰਜਾਬ ਦੇ ਅੰਦਰ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਸੀ ਕਿ ਇਹ ਜਿਹੜੇ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ। ਜਦੋਂ ਕਿ ਇਹ ਗੱਲ ਬਿਲਕੁਲ ਕਲੀਅਰ ਆ ਅੱਜ ਤੱਕ ਵੀ। ਮੈਂ ਕੱਲ੍ਹ ਪਰਸੋਂ ਇਹਦੀ ਕਿਨਾ ਜਿਹੜੇ ਸਵਾਮੀ ਨੇ ਬੀਜੇਪੀ ਦੇ ਲੀਡਰ ਆ, ਜਿਹੜੇ ਇੰਟਰਵਿਊ ਕਰਨ ਵੀ ਆਏ ਸੀ, ਵਿੱਚ ਉਹਨਾਂ ਦੇ ਵਿਚੋਲਗੀ ਕਰਨ ਵੀ ਆਏ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸੰਤਾਂ ਨੇ ਆਪਦੇ ਸਮੇਂ ਦੇ ਅੰਦਰ ਕਿਤੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਵੱਖਵਾਦ ਦੀ ਗੱਲ ਨਹੀਂ ਕੀਤੀ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਸੀ। ਉਸ ਮੌਕੇ 'ਤੇ ਇੱਕ ਮਾਹੌਲ ਪੈਦਾ ਕੀਤਾ ਗਿਆ ਕਿ ਇਹ ਸੰਤ ਜਿਹੜੇ ਆ ਇਹ ਹਿੰਦੂਆਂ ਨੂੰ ਮਾਰਦੇ ਆ, ਬੱਸਾਂ ਵਿੱਚੋਂ ਕੱਢ ਕੇ ਸਾਜ਼ਿਸ਼ਦੀਨ ਏਜੰਸੀਆਂ ਨੇ ਇਹ ਕਾਰਾ ਕੀਤਾ। ਇਸ ਤਰ੍ਹਾਂ ਦਾ ਮਾਹੌਲ ਪ੍ਰੈਸ ਦੇ ਮੀਡੀਆ ਰਾਹੀਂ ਉਛਾਲਿਆ ਗਿਆ ਅਤੇ ਇਹ ਗੱਲ ਦਿਖਾਈ ਗਈ ਕਿ ਇਹ ਜਿਹੜੇ ਲੋਕ ਨੇ ਇਹ ਹਿੰਦੂਆਂ ਦੇ ਖਿਲਾਫ ਨੇ, ਜਦੋਂ ਕਿ ਇਹ ਬਿਲਕੁਲ 100% ਗਲਤ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਕੋਈ ਮੂਵਮੈਂਟ ਜਿਹੜੀ ਆ ਉਹ ਕਿਸੇ ਫਿਰਕੇ ਦੇ ਖਿਲਾਫ ਨਹੀਂ ਸੀ। ਤਾਂ ਮੈਂ ਦੱਸਣਾ ਚਾਹੁੰਦਾ ਕਿ ਇੰਦਰਾ ਗਾਂਧੀ ਆਪਦਾ ਇੱਕ ਆਧਾਰ ਗਵਾ ਚੁੱਕੀ ਸੀ। ਉਹ ਆਪਦੇ ਆਧਾਰ ਨੂੰ ਬਣਾਉਣ ਵਾਸਤੇ ਉਹਨੇ ਇਹ ਗੱਲ ਠਾਣ ਲਈ ਕਿ ਮੈਂ ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਮਾਰ ਕੇ ਮੈਂ ਦੇਸ਼ ਦੇ ਲੋਕਾਂ ਨੂੰ। ਇਸ ਦੀ ਸ਼ੁਰੂਆਤ ਕਦੋਂ ਹੋਈ, ਕਿਹੜੇ ਸਾਲ ਦੇ ਵਿੱਚ ਸ਼ੁਰੂਆਤ? ਵੈਸੇ ਬੇਸਿਕਲੀ ਸ਼ੁਰੂਆਤ ਇਹ ਆ ਵੀ 78 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਦਾ, ਉਦੋਂ ਇੱਕ ਰੋਸ ਪੈਦਾ ਹੋਇਆ। ਸੰਤਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਸੰਗਤ ਦੇ ਵਿੱਚ ਉੱਭਰ ਕੇ ਆਉਣੀ ਸ਼ੁਰੂ ਹੋਈ। ਉਸ ਤੋਂ ਬਾਅਦ ਕੀ ਹੁੰਦਾ ਕਿ ਇੱਥੋਂ ਦੀ ਜਿਹੜੀ ਪੰਜਾਬ ਦੀ ਸਿਆਸੀ ਜਿਹੜੀ ਧਰਾਤਲ ਸੀ, ਉਹ ਅਕਾਲੀਆਂ ਨੂੰ ਡਾਊਨ ਕਰਨ ਵਾਸਤੇ ਬਹੁਤ ਸਾਰੇ ਛੜਯੰਤਰ ਰਚਾਏ ਗਏ, ਕਿਉਂਕਿ ਪਹਿਲਾਂ ਤਾਂ ਅਕਾਲੀ ਦਲ ਦੀ ਸਰਕਾਰ ਨਹੀਂ ਚੱਲਦੀ। ਜੇ ਜਿੱਤ ਜਾਂਦਾ ਸੀ 6 ਮਹੀਨੇ ਰਹਿੰਦੇ, ਸਾਲ ਰਹਿੰਦੇ, ਉਹਨਾਂ ਨੂੰ ਸਰਕਾਰ ਤੋੜਦੀ ਜਾਂਦੀ ਸੀ। ਇਸ ਤੋਂ ਇੱਥੇ ਦਰਬਾਰਾ ਸਿੰਘ, ਇੱਥੇ ਕਿ ਨਾ ਗਿਆਨੀ ਜੈਲ ਸਿੰਘ, ਇਹਨਾਂ ਦਾ ਆਪਸੀ ਬੜਾ ਵੱਡਾ ਮਸਲਾ ਸੀ। ਉਸ ਗੱਲ ਨੂੰ ਫਰੋਲਣ ਲੱਗੇ ਬਹੁਤ ਲੰਬੀ ਹੋ ਜਾਏਗੀ। ਉਹਦਾ ਬੁਨਿਆਦ ਜਿਹੜੀ ਅਖੀਰ ਇਹ ਬਣੀ ਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਮਾਰ ਕੇ ਹਿੰਦੁਸਤਾਨ ਦੇ ਬਹੁਗਿਣਤੀ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਇਹ ਹਮਲਾ ਕੀਤਾ, ਜਦੋਂ ਕਿ ਇਸ ਹਮਲੇ ਦੀ ਕਿਸੇ ਵੀ ਤਰ੍ਹਾਂ ਬਹੁਤ ਵੱਡੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਸੀ। ਸੋ ਇਹ ਇੰਦਰਾ ਗਾਂਧੀ ਦਾ, ਕਾਂਗਰਸ ਦਾ ਇੱਕ ਬਹੁਤ ਵੱਡਾ ਆਪਦੀ ਜ਼ਿੰਦਗੀ ਦਾ ਸਭ ਤੋਂ, ਜਿਵੇਂ ਕਹਿੰਦੇ ਹੁੰਦੇ ਨਾ ਵੀ ਵੱਡੀ ਇੱਕ ਬਲੰਡਰ ਮਿਸਟੇਕ ਸੀ। ਉਸ ਤੋਂ ਬਾਅਦ ਲਿਖਾਰੀਆਂ ਨੇ ਵੀ ਲਿਖਿਆ ਬਹੁਤ ਕੁਝ ਵਾਪਰਿਆ ਜਿਹੜਾ ਕਿ ਵਾਪਸ ਮੁੜ ਕੇ ਆਉਣ ਵਾਲਾ ਨਹੀਂ ਸੀ। ਉਸ ਤੋਂ ਬਾਅਦ ਜਿਹੜੇ ਨਤੀਜੇ ਹੋਏ ਉਹ ਇੰਦਰਾ ਦੇ ਪਰਿਵਾਰ ਨੇ ਵੀ ਤੇ ਇਸ ਦੇਸ਼ ਨੇ ਵੀ ਤੇ ਲੋਕਾਂ ਨੇ ਵੀ ਭੁਗਤੇ। ਗੁਰਚਰਨ ਸਿੰਘ ਜੀ, ਥੋੜ੍ਹੀ ਸੰਤਾਂ ਦੀ ਸ਼ਖਸੀਅਤ ਤੇ ਸ਼ਹਾਦਤ ਬਾਰੇ ਵੀ ਕੁਝ ਥੋੜ੍ਹਾ ਚਾਨਣਾ ਪਾਓ। ਕੀ ਉਹਨਾਂ ਦੀ ਉਸ ਸਮੇਂ ਸ਼ਖਸੀਅਤ ਸੀ ਤੇ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ? ਦੇਖੋ, ਗੱਲ ਇਹ ਆ ਵੀ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਨਾਂ ਆ ਜਾਂਦਾ, ਉੱਥੇ ਹਰ ਸਿੱਖ ਦੇ ਅੰਦਰ ਇੱਕ ਸਤਿਕਾਰ ਪੈਦਾ ਹੁੰਦਾ। ਉਹਦਾ ਕਾਰਨ ਇੱਕੋ ਹੀ ਆ, 2 ਸ਼ਬਦਾਂ ਵਿੱਚ ਗੱਲ ਨਿਬੜ ਜਾਂਦੀ ਆ ਕਿ ਉਹਨਾਂ ਦੀ ਕਹਿਣੀ ਤੇ ਕਰਨੀ ਦੀ ਗੱਲ ਸੀ। ਕਿ ਇਸੇ ਕਰਕੇ ਅੱਜ 36 ਸਾਲ ਬਾਅਦ ਵੀ ਉਹ ਲੋਕ ਵੀ ਉਹਦੀ ਗੱਲ ਨੂੰ ਆਪਦੇ ਦਿਲ ਤੇ ਲੈ ਕੇ, ਦਿਲ ਤੇ ਉਕੇਰ ਕੇ, ਟੀ-ਸ਼ਰਟਾਂ ਤੇ ਫੋਟੋਆਂ ਬੁਲਾ ਕੇ ਅੱਜ ਜਿਹੜੇ ਜੰਮੇ ਬਾਅਦ 'ਚ ਉਹਨੂੰ ਯਾਦ ਕਰਦੇ ਆ। ਇਹੋ ਹੀ ਕਾਰਨ ਹੈ। ਉਹਨਾਂ ਨੇ ਆਪਣੇ ਨਿੱਜ ਲਈ ਕੁਛ ਨਹੀਂ ਕੀਤਾ, ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ। ਉਹਨਾਂ ਨੇ ਜੋ ਕੁਛ ਕਿਹਾ ਉਹ 'ਤੇ ਪੂਰੇ ਉਤਰੇ। ਉਹਨਾਂ ਨੇ ਕਿਹਾ ਵੀ ਜੇ ਇੱਥੇ ਟੈਂਕ ਤੋਂ ਆਉਣਗੇ ਤਾਂ ਉਹ ਮੇਰੀ ਲਾਸ਼ ਦੇ ਉੱਤੇ ਜਾਣਗੇ, ਤੇ ਹੋਇਆ ਵੀ। ਨਿਕਲ ਸਕਦੇ ਸੀ, ਸੰਤ ਵੀ ਨਿਕਲ ਸਕਦੇ ਸੀ, ਬਹੁਤ ਸਾਰੇ ਲੋਕ ਗਏ, ਬੜੀਆਂ ਸਾਡੀਆਂ ਜਥੇਬੰਦੀਆਂ ਦੇ ਲੋਕ ਵੀ ਉੱਥੋਂ ਬਾਹਰ ਨਿਕਲੇ, ਬਹੁਤ ਕੁਝ ਹੋਇਆ। ਪਰ ਸੰਤਾਂ ਨੇ ਜਿਹੜੀ ਗੱਲ ਕਹੀ ਉਸ 'ਤੇ ਪੂਰੇ ਉਤਰੇ। ਅੱਜ 36 ਸਾਲ ਬਾਅਦ ਲੋਕ ਉਹਨਾਂ ਦੇ ਨਾਂ 'ਤੇ ਲੜਾਈ ਲੜ ਰਹੇ ਆ, ਜਿਉਂਦੇ ਆ। ਇਹੋ ਹੀ ਗੱਲ ਹੁੰਦੀ ਹੈ ਕਿ ਉਹਦੇ ਜਾਣ ਤੋਂ ਬਾਅਦ, ਕਿਸੇ ਦੇ ਜਾਣ ਤੋਂ ਬਾਅਦ ਵੀ ਜੇ ਉਹਦਾ ਨਾਂ ਜਿਉਂਦਾ ਤਾਂ ਉਹਦਾ ਦੂਜਾ ਨਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ। ਸ਼ਹਾਦਤ ਦੀ ਗੱਲ ਤੁਸੀਂ ਦੇਖ ਲਈ ਹੈ ਕਿ ਉਸ ਮੌਕੇ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀਗਾ। ਉਹਨਾਂ ਨੇ ਸਿੱਖਾਂ ਦੇ ਹੱਕਾਂ ਲਈ ਲੜਾਈ ਆਰੰਭੀ। ਸਿੱਖ ਕੌਮ ਨੇ ਉਹਨਾਂ ਦਾ ਸਾਥ ਦਿੱਤਾ, ਖਾਸ ਤੌਰ 'ਤੇ ਨੌਜਵਾਨਾਂ ਨੇ ਸਾਥ ਦਿੱਤਾ। ਉਹਨਾਂ ਦੀ ਲੜਾਈ ਕੋਈ ਵੱਖਵਾਦੀ ਨਹੀਂ ਸੀ। ਹੱਕਾਂ ਦੀ ਲੜਾਈ ਲੜਨੀ ਕਦੇ ਕੋਈ ਗੁਨਾਹ ਨਹੀਂ ਹੋਇਆ ਕਰਦਾ। ਸੰਤਾਂ ਨੇ ਆਪਦੇ ਹੁੰਦਿਆਂ ਕਦੇ ਖਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ ਜੇ ਕੋਈ ਦੇਣਗੇ ਅਸੀਂ ਨਾ ਨਹੀਂ ਕਰਨੀ। ਤੋ ਇਹ ਜਿਹੜੀਆਂ ਗੱਲਾਂ ਉਠਾਈਆਂ ਗਈਆਂ, ਇਹ ਸਿਰਫ ਤੇ ਸਿਰਫ ਸਿੱਖਾਂ ਦੀ ਘੱਟ ਗਿਣਤੀ ਨੂੰ ਦਬਾਉਣ ਵਾਸਤੇ, ਕੁਚਲਣ ਵਾਸਤੇ ਇੰਦਰਾ ਤੇ ਕਾਂਗਰਸ ਦੀ ਜਿਹੜੀ ਇੱਕ ਸਾਜ਼ਿਸ਼ ਸੀ, ਜਿਹੜੀ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਸਾਡੇ 'ਤੇ ਬੜੇ ਵੱਡੇ ਹਮਲੇ ਹੁੰਦੇ ਆਏ ਨੇ। ਸੋ ਸੰਤਾਂ ਨੇ ਉਸ ਸਮੇਂ ਉਹ ਸ਼ਹਾਦਤ ਦਿੱਤੀ ਤੇ ਇੱਕ ਦੁਨੀਆ ਦੇ ਅੰਦਰ ਇੱਕ ਇਤਿਹਾਸ ਸਿਰਜਤਾ ਕਿ ਆਪਣੀ ਕੌਮ ਦੀ ਗੱਲ ਕਰਨ ਵਾਲੇ, ਧਰਮ ਤੇ ਅਕੀਦੇ 'ਤੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਦੇਸ਼ ਦੀਆਂ
ਫੌਜਾਂ ਨਾਲ ਲੜ ਸਕਦੇ ਆ। ਇਹ ਇੱਕ ਦੁਨੀਆ ਦੇ ਅੰਦਰ ਇੱਕੋ ਹੀ ਇੱਕ ਐਸੀ ਮਿਸਾਲ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਕਿੰਨੇ ਲੋਕ ਹੋਣਗੇ ਜੀ, ਸੰਤਾਂ ਦੇ ਨਾਲ ਕਿੰਨੇ ਹੋਣਗੇ, ਜੇ ਗਿਣਤੀ ਕਰੀਏ ਸੈਂਕੜੇ ਦੇ ਹਿਸਾਬ ਨਾਲ ਹੋਣਗੇ, ਜਿਨ੍ਹਾਂ ਨੇ ਉਸ ਸਮੇਂ ਭਾਈ ਅਮਰੀਕ ਸਿੰਘ ਜੀ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ, ਉਹ ਉੱਥੇ ਜਿਹੜੇ ਉਸ ਸੰਘਰਸ਼ ਦੇ ਵਿੱਚ ਮੋਢੀ ਧਿਰ ਸਨ। ਜਨਰਲ ਸ਼ਵੇਕ ਸਿੰਘ ਸਨ, ਜਿਨ੍ਹਾਂ ਨਾਲ ਇਸ ਦੇਸ਼ ਨੇ ਬਹੁਤ ਵੱਡਾ ਧੱਕਾ ਕੀਤਾ, ਧੋਖਾ ਕੀਤਾ ਕਿ ਸਿਰਫ ਉਹਦੇ ਸਿਰ ਤੇ ਦਸਤਾਰ ਸੀ। ਬਾਬਾ ਠਾਰਾ ਸਿੰਘ ਸੀ, ਗਿਣਤੀ ਉਨੀ ਨਹੀਂ ਸੀ, ਪਰ ਜਿੱਡੀਆਂ ਫੌਜਾਂ ਨੇ ਆ ਕੇ ਉੱਥੇ ਹਮਲਾ ਕੀਤਾ ਤੇ ਜਿੰਨਾ ਉਹਨਾਂ ਨੂੰ ਪਛਾੜਨਾ ਪਿਆ। ਜਨਰਲ ਸੁੰਦਰ ਜੀ ਨੂੰ ਇਹ ਗੱਲ ਕਹਿੰਦਾ ਸੀ ਕਿ 4 ਘੰਟੇ ਸਾਨੂੰ ਚਾਹੀਦੇ, 4 ਘੰਟੇ 'ਚ ਅਸੀਂ ਇਹ ਕਰ ਦਿਆਂਗੇ, ਪਰ ਹਾਲਾਤ ਇਹ ਬਣ ਗਏ ਕਿ ਤੀਜੇ ਦਿਨ 3 ਦਿਨ ਬਾਅਦ ਵੀ ਉਹਨਾਂ ਕੋਲੇ ਆਪਣੇ ਹੱਥ ਵਿੱਚ ਕੁਝ ਨਹੀਂ ਸੀਗਾ। ਸਿਰਫ ਕਿ ਫੌਜ ਨਾਲ ਕਿਹੜੀ ਲੜਾਈ ਲੜ ਸਕਦੇ ਆ, ਟੈਂਕਾਂ ਤੋਪਾਂ ਨਾਲ ਕੋਈ ਲੜਾਈ ਲੜੀ ਜਾ ਸਕਦੀ ਹੈ। ਸਿਰਫ ਤੇ ਸਿਰਫ ਇੱਕ ਸਿੱਖੀ ਜਜ਼ਬਾ ਸੀ, ਜਿਹੜਾ ਜਜ਼ਬਾ ਉੱਥੇ ਲੜਿਆ, ਉਹਦੇ ਹਥਿਆਰਾਂ ਦਾ ਮੁਕਾਬਲਾ ਕੋਈ ਨਹੀਂ ਸੀਗਾ। ਸੋ ਉਹ ਜੋ ਕੁਛ ਉੱਥੇ ਹੋਈ, ਉਹ ਸੰਤਾਂ ਨੇ ਸ਼ਹਾਦਤ ਦਿੱਤੀ, ਉਹਨਾਂ ਦੇ ਨਾਲ ਸਿੰਘਾਂ ਨੇ ਸ਼ਹਾਦਤ ਦਿੱਤੀ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦੀ ਇੱਕ ਬਹੁਤ ਵੱਡੀ ਕੜੀ ਆ, ਜਿਹੜੀ ਹਮੇਸ਼ਾ ਯਾਦ ਰੱਖੀ ਜਾਊਗੀ। ਮੰਗਾਂ ਕੀ ਸੀਗੀਆਂ ਉਸ ਟਾਈਮ ਜਿਹਦੇ ਵਾਸਤੇ ਸਾਰਾ ਕੁਝ ਮੋਰਚੇਬੰਦੀ ਐਡੀ ਕੀਤੀ ਗਈ, ਆਰਮੀ ਨੂੰ ਉੱਥੇ ਲਗਾਉਣਾ ਪਿਆ, ਹਮਲਾ ਕੀਤਾ ਗਿਆ? ਮੰਗਾਂ ਕੀ ਸੀਗੀਆਂ ਉਸ ਸਮੇਂ ਸਿੱਖਾਂ ਦੀਆਂ? ਦੇਖੋ, ਮੰਗਾਂ ਤਾਂ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦੇ, ਚੰਡੀਗੜ੍ਹ ਦਾ ਮਸਲਾ ਸੀਗਾ ਤੇ ਹੋਰ ਪਾਣੀਆਂ ਦਾ ਮਸਲਾ ਸੀ। ਇਹ ਮੰਗਾਂ ਤਾਂ ਅੱਜ ਵੀ ਲੋਕ ਲੜ ਰਹੇ ਆ। ਅੱਜ ਵੀ ਬੜੇ ਸੂਬੇ ਜਿਹੜੇ ਆ ਇਹਨਾਂ ਮੰਗਾਂ ਦੀ ਜਿਹੜੀ ਆ ਗੱਲ ਕਰਦੇ ਆ। ਇਹ ਮੰਗਾਂ ਦਾ ਮਤਲਬ ਕੋਈ ਇਹ ਹਮਲਾ ਨਹੀਂ ਹੋ ਸਕਦਾ ਸੀ। ਹਮਲਾ ਤਾਂ ਜਾਣਬੁੱਝ ਕੇ ਕੀਤਾ ਗਿਆ, ਸਾਜ਼ਿਸ਼ ਅਧੀਨ ਕੀਤਾ ਗਿਆ ਤਾਂ ਕਿ ਸਿੱਖਾਂ ਨੂੰ ਮਾਰਿਆ ਜਾਵੇ, ਸਿੱਖਾਂ ਨੂੰ ਦਰੜਿਆ ਜਾਵੇ। ਤਾਂ ਉਹਦਾ ਨਤੀਜਾ ਨਿਕਲਿਆ, ਉਹਦਾ ਨਤੀਜਾ ਸੀ ਕਿ ਇੰਦਰਾ ਗਾਂਧੀ ਦੇ ਪੁੱਤਰ ਨੂੰ ਏਡੀ ਵੱਡੀ ਇੱਕ ਕਹਿੰਦੇ ਹੁੰਦੇ ਆ ਵਿਕਟਰੀ, ਕਲੀਨ ਸਵੀਪ ਮਿਲੀ ਜਦੋਂ ਉਹਦੇ ਰਾਜੀਵ ਗਾਂਧੀ ਨੂੰ ਜਦੋਂ ਪ੍ਰਧਾਨ ਮੰਤਰੀ ਬਣਿਆ। ਅੱਜ ਤੱਕ ਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਸਮਰਥਨ ਉਸ ਨੂੰ ਪ੍ਰਾਪਤ ਹੋਇਆ। ਜਿਹੜੀ ਚੀਜ਼ ਇੰਦਰਾ ਗਾਂਧੀ ਨੇ ਸੋਚੀ ਸੀ ਕਿ ਮੈਂ ਇਹ ਦੇਸ਼ ਦੇ ਹਿੰਦੂਆਂ ਨੂੰ ਇਹ ਗੱਲ ਕਹੂੰਗੀ ਕਿ ਤੁਹਾਨੂੰ ਮਾਰਨ ਵਾਲਿਆਂ ਨੂੰ ਮੈਂ ਮਾਰਿਆ, ਉਸ ਅਕਾਲ ਤਖ਼ਤ ਨੂੰ ਢਾਇਆ, ਸਿਰਫ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਸਤੇ ਇਹ ਗੱਲ ਕੀਤੀ। ਤੇ ਅਕਾਲ ਤਖ਼ਤ ਸਾਹਿਬ ਸਾਡੀ ਸੁਪਰੀਮ ਸੰਸਥਾ ਹੈ ਸਿੱਖ ਕੌਮ ਦੀ, ਤੇ ਉਸ ਸਮੇਂ ਜਦੋਂ ਟੈਂਕਾਂ ਤੋਪਾਂ ਨਾਲ ਉੱਤੇ ਹਮਲਾ ਕੀਤਾ ਗਿਆ, ਕੋਈ ਹੋਰ ਰਸਤਾ ਨਹੀਂ ਸੀ? ਕੀ ਇਹ ਹਮਲਾ ਜ਼ਰੂਰੀ ਸੀਗਾ? ਇਸ ਤੋਂ ਬਿਨਾਂ ਨਹੀਂ ਗੱਲ ਬਣਦੀ ਸੀ? ਦੇਖੋ, ਮੈਂ ਬੜੇ ਬੁੱਧੀਜੀਵੀ ਲੋਕਾਂ ਨੇ, ਬੜੇ ਕਾਲਮਨਵੀਸ ਜਿਹੜੇ ਆ, ਉਹਨਾਂ ਨੇ ਬਹੁਤ ਸਾਰੀਆਂ ਇਹ ਉਦਾਹਰਨਾਂ ਦਿੱਤੀਆਂ ਜੀ। ਬਹੁਤ ਕੁਝ ਹੋ ਸਕਦਾ ਸੀ। ਕੋਈ ਕਹਿੰਦਾ ਜੀ ਬਿਜਲੀ ਬੰਦ ਕਰ ਸਕਦੇ ਸੀ, ਕੋਈ ਕੁਛ ਕਰ ਸਕਦੇ ਸੀ, ਗੱਲਬਾਤ ਦਾ ਰਸਤਾ ਬਣਾਇਆ ਜਾ ਸਕਦਾ ਸੀ, ਬਹੁਤ ਕੁਝ ਕੀਤਾ ਜਾ ਸਕਦਾ ਸੀ। ਪਰ ਇਹ ਗੱਲ ਇੱਕ ਮਿਥੀ ਹੋਈ ਸੀ, ਕਿਉਂਕਿ ਅੱਜ ਵੀ ਇਹ ਗੱਲ ਸਾਹਮਣੇ ਆ ਗਈ ਆ ਕਿ ਰਸ਼ੀਆ ਦੇ ਨਾਲ ਇੰਦਰਾ ਗਾਂਧੀ ਦੀ ਗੱਲਬਾਤ ਹੋ ਚੁੱਕੀ ਸੀ ਬਹੁਤ ਦਿਨ ਪਹਿਲਾਂ ਹੀ। ਇੰਗਲੈਂਡ ਦੇ ਨਾਲ ਅਸੀਂ ਅੱਜ ਵੀ ਜਿਹੜੇ ਸਾਡੇ ਇੰਗਲੈਂਡ ਦੇ ਵਿੱਚ MP ਹੈ ਢੇਸੀ ਸਾਹਿਬ, ਉਹਨਾਂ ਨੇ ਕਿਹਾ ਵਾ ਕਿ ਉਸ ਸਮੇਂ ਦੇ ਡਾਕੂਮੈਂਟ ਸਾਨੂੰ ਦਿੱਤੇ ਜਾਣ ਕਿ ਇੰਦਰਾ ਗਾਂਧੀ ਨੇ ਇੰਗਲੈਂਡ ਦੀ ਮਾਰਗਰਟ ਥੈਚਰ ਨਾਲ ਇਹ ਗੱਲ ਕੀਤੀ ਸੀ, ਕਿਉਂਕਿ ਉਹਨੇ ਇਹ ਹਮਲਾ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਸੀ, ਉਹਨੇ ਇਹ ਗੱਲਾਂ ਕੀਤੀਆਂ ਸੀ। ਉਹ ਹਿਸਟਰੀ ਦੇ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਇੰਦਰਾ ਗਾਂਧੀ ਦਾ ਇਸ ਹਮਲੇ ਤੋਂ ਕਈ ਮਹੀਨੇ ਪਹਿਲਾਂ ਇਹ ਗੱਲ ਫਾਈਨਲ ਹੋ ਚੁੱਕੀ ਸੀ। ਇੱਥੇ ਤੱਕ ਵੀ ਗੱਲ ਪਤਾ ਲੱਗੀ ਹੈ ਕਿ ਇਹ ਦੇਸ਼ ਦੀਆਂ ਕੋਈ ਪਹਾੜੀ ਇਲਾਕੇ ਦੇ ਅੰਦਰ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਬਣਾ ਕੇ ਉੱਥੇ ਫੌਜੀਆਂ ਨੂੰ ਉਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ, ਕਿੱਥੋਂ ਕੀ ਕਰਨਾ ਸਾਰਾ ਕੁਝ ਉਹ ਦਿੱਤਾ ਗਿਆ ਸੀ। ਸੋ ਇਹ ਗੱਲ ਹਮਲਾ ਜੇ ਆਪਾਂ ਕਹੀਏ ਵੀ ਰੋਕਿਆ ਜਾ ਸਕਦਾ ਸੀ, ਪਰ ਜਦੋਂ ਉਹ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਇਹ ਗੱਲ ਨੂੰ ਮਿਥ ਕੇ ਚੱਲੀ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਮੈਂ ਕਰਨਾ ਹੀ ਕਰਨਾ, ਤਾਂ ਉਹਦਾ ਕਾਰਨ ਇਹ ਬਣਿਆ। ਰਸਤੇ ਬਹੁਤ ਸਨ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਵੱਖਵਾਦ ਦੀ ਗੱਲ ਕਰਦੀਆਂ, ਉਹਨਾਂ ਨਾਲ ਵੀ ਸਰਕਾਰਾਂ ਸਮਝੌਤੇ ਕਰਦੀਆਂ। ਇੱਥੇ ਅਸਾਮ ਦੇ ਵਿੱਚ ਹੈ, ਬੋਡੋਲੈਂਡ ਦੇ ਵਿੱਚ ਹੈ, ਨਾਗਾ ਦੇ ਵਿੱਚ ਹੈ, ਤ੍ਰਿਪੁਰਾ ਦੇ ਵਿੱਚ ਹੈ, ਅੱਜ ਕੱਲ੍ਹ ਬੰਗਾਲ ਦੇ ਅੰਦਰ ਚੱਲ ਰਿਹਾ ਜਿਹੜਾ ਨਕਸਲੀਆਂ ਦਾ, ਕੀ ਸਰਕਾਰਾਂ ਗੱਲ ਨਹੀਂ ਕਰਦੀਆਂ? ਸਾਰਾ ਕੁਝ ਹੁੰਦਾ। ਪਰ ਇਹ ਇੱਕ ਸਿੱਖਾਂ 'ਤੇ ਜਿਹੜਾ ਮਿਥ ਕੇ ਹਮਲਾ ਸੀਗਾ, ਜਿਸ ਗੱਲ ਦਾ ਜੇ ਇਸ ਦੇਸ਼ ਨੇ ਉਹਦਾ ਖਿਮਾਜਾ ਵੀ ਭੁਗਤਿਆ। ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਸੇ ਨੇ ਕੋਈ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ? ਕੋਈ ਜੇ ਤੁਹਾਡੇ ਧਿਆਨ 'ਚ ਹੋਵੇ ਵੀ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇੱਦਾਂ ਹਮਲਾ ਨਾ ਕੀਤਾ ਜਾਵੇ? ਦੇਖੋ, ਇਹ ਤਾਂ ਸੁਣੀ ਹੋਈ ਗੱਲ ਹੈ, ਕਿਉਂਕਿ ਮੈਂ ਸੁਬਰਾਮਨਿਅਮ ਸਵਾਮੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਬੜੀ। ਉਹਨੇ ਦੱਸਿਆ ਕਿ ਇੰਦਰਾ ਨੇ ਜਦੋਂ ਸਾਨੂੰ ਪੁੱਛੀ ਇਹ ਗੱਲ, ਤਾਂ ਅਸੀਂ ਇਹ ਗੱਲ ਕਹੀ ਬਈ ਇਹ ਗੱਲ ਜਿਹੜਾ ਤੁਸੀਂ ਇਹ ਕਰਨ ਜਾ ਰਹੇ ਹੋ, ਇਹਦੇ ਬਾਰੇ ਬਹੁਤ ਵਾਰ ਸੋਚ ਲਓ, ਕਿਉਂਕਿ ਜਦ ਤੁਸੀਂ ਸਿੱਖ ਨਾਲ ਲੜਾਈ ਲੜੋਗੇ ਤਾਂ ਤੁਸੀਂ ਉਹਦੇ ਨਾਲ ਲੜ ਨਹੀਂ ਸਕੋਗੇ, ਕਿਉਂਕਿ ਉਹਦੀ ਲੜਾਈ ਹਥਿਆਰਾਂ ਦੀ ਨਹੀਂ, ਉਹਦੀ ਲੜਾਈ ਜਜ਼ਬਾਤਾਂ ਦੀ ਹੈ, ਉਹਦੀ ਲੜਾਈ ਆਪਣੇ ਗੁਰੂ ਦੇ ਆਸਥੇ ਦੀ ਹੈ। ਜੇ ਤੁਸੀਂ ਇਹ ਗੱਲ ਕਰੋਗੇ, ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਆ, ਪਰ ਨਹੀਂ, ਜਦੋਂ ਉਸਨੇ ਇਹ ਗੱਲ ਮਿਥੀ ਲਈ ਸੀ ਕਿ ਮੈਂ ਸਿੱਖਾਂ ਦੇ ਨਾਲ ਆਪਣੀ ਕਹਿ ਲਓ ਵੀ ਇਹ ਹੋ ਸਕਦਾ ਕਿ ਇਹ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਸਿੱਖਾਂ ਨਾਲ ਵਿਤਕਰਾ ਸੀ।
ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਵਿਤਕਰਾ, ਆਰਥਿਕ ਵਿਤਕਰਾ, ਬੋਲੀ ਦਾ ਵਿਤਕਰਾ, ਪਾਣੀ ਦਾ ਵਿਤਕਰਾ ਸਾਡੇ ਨਾਲ ਸਭ ਤੋਂ ਵੱਧ ਇਹ ਜਿਹੜਾ ਵਿਤਕਰਾ ਕੀਤਾ ਗਿਆ ਤੇ ਉਹ ਪੰਜਾਬ ਨਾਲ ਹੀ ਹੋਇਆ ਜੀ। ਤੇ ਆਪਾਂ ਗੱਲ ਕਰੀਏ, ਕਾਫੀ ਸਾਰੇ ਉਦੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਗਿਆ, ਤਸੀਹੇ ਦਿੱਤੇ ਗਏ। ਤੁਸੀਂ ਵੀ ਕਾਫੀ ਸਾਲ ਜੇਲ੍ਹ ਕੱਟ ਕੇ ਆਏ ਹੋ, ਥੋੜਾ ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਜੇਲ੍ਹ 'ਚ ਗਏ, ਕੀ ਤੁਹਾਡੇ ਨਾਲ ਉੱਥੇ ਵਿਤਕਰਾ ਕੀਤਾ ਗਿਆ? ਸੰਦੀਪ ਜੀ, ਇਹ ਵੀ ਇੱਕ ਜ਼ਿੰਦਗੀ ਦਾ ਬੜਾ, ਜਿਵੇਂ ਕਹਿੰਦੇ ਹੁੰਦੇ ਆ ਵੀ, ਦੁਖਾਂਤ ਦਾ ਪੱਖ ਹੈ। ਇੱਥੋਂ ਦਰਬਾਰ ਸਾਹਿਬ ਤੋਂ ਜਦੋਂ ਸਾਨੂੰ ਫੜਿਆ ਜਾਂਦਾ, ਇੱਥੇ ਹੋਰ ਵੀ ਲੀਡਰ ਗ੍ਰਿਫਤਾਰ ਕੀਤੇ ਗਏ, ਜਿਹਦੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌੜਾ ਤੇ ਹੋਰ ਵੀ ਬਹੁਤ ਸਾਰੇ, ਰਾਮੂ ਵਾਲੀਆ, ਹੋਰ ਵੀ ਸਾਰੇ ਲੀਡਰ ਸਨ ਜਿਹੜੇ ਇੱਥੋਂ ਗ੍ਰਿਫਤਾਰ ਕਰਕੇ ਫੌਜ ਲੈ ਗਈ। ਅਤੇ ਸਾਨੂੰ ਯਾਦ ਹੈ ਕਿ ਸਾਨੂੰ ਇੱਥੋਂ ਜਦੋਂ ਫੌਜ ਲੈ ਕੇ ਗਈ ਹੈ, ਇੱਥੇ ਅੰਮ੍ਰਿਤਸਰ ਜਿਹੜਾ ਕੰਟੋਨਮੈਂਟ ਏਰੀਆ ਵਾ, ਜਿਹੜਾ ਫੌਜੀ ਛਾਉਣੀ ਆ, ਉਹਦੇ ਵਿੱਚ ਇੱਕ ਸਕੂਲ ਸੀਗਾ। ਸਕੂਲ ਦੇ ਵਿੱਚ ਸਾਨੂੰ ਲੈ ਕੇ ਗਏ। ਬਹੁਤ ਅੰਤਾਂ ਦੀ ਗਰਮੀ ਸੀ ਅਤੇ ਹਜ਼ਾਰਾਂ ਲੋਕ ਜਿਹੜੇ ਉੱਥੋਂ, ਜਿਹੜੇ ਕੋਈ ਯਾਤਰੂ ਸਨ, ਬਾਹਰੋਂ ਵੀ ਫੜ ਲਏ ਗਏ, ਸਾਰੇ ਉੱਥੇ ਲੈ ਕੇ ਆਉਂਦੇ ਗਏ। ਉੱਥੇ ਕਿਸ ਤਰ੍ਹਾਂ ਦਾ ਮਾੜਾ ਹਾਲ ਸੀ, ਬਹੁਤ ਮਾੜਾ ਹਾਲ ਸੀ, ਬਹੁਤ ਗਰਮੀ ਸੀ, ਖਾਣ ਪੀਣ ਦਾ ਕੁਛ ਨਹੀਂ ਸੀ ਉੱਥੇ। ਫਿਰ ਸਾਨੂੰ ਉਹਨਾਂ ਨੇ ਕੈਟਾਗਰੀ ਵਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਕੈਟਾਗਰੀ 'ਚ ਸਾਨੂੰ ਫੌਜੀ ਕੈਂਪ ਘੱਟੋ ਘੱਟ 4 ਕੈਂਪ ਸਾਨੂੰ ਬਦਲੇ, ਜਿਹੜੇ ਕਿ ਇਸੇ ਛਾਉਣੀ ਦੇ ਅੰਦਰ ਹੀ ਸਨ। ਫਿਰ ਉਹਨਾਂ ਨੇ ਕੈਟਾਗਰੀਆਂ ਬਣਾ ਕੇ ਫਿਰ ਸਾਨੂੰ ਜਿਹੜੀ ਨਾਭਾ ਜੇਲ੍ਹ ਦੇ ਵਿੱਚ ਲੈ ਕੇ, ਜਿਹੜਾ ਸਾਡੇ 'ਤੇ ਕੇਸ ਚਲਾਇਆ ਵੇਜਿੰਗ ਵਾਰ, ਹਿੰਦੁਸਤਾਨ ਦੇ ਵਿੱਚ ਪਹਿਲਾ ਕੇਸ ਹੈ ਜਿਹਨੂੰ ਵੇਜਿੰਗ ਵਾਰ ਦੇ ਤੌਰ 'ਤੇ ਕੇਸ ਚੱਲਿਆ, ਉਹ ਬਲੂ ਸਟਾਰ ਆਪਰੇਸ਼ਨ ਦਾ ਕੇਸ ਸੀ। ਉੱਥੇ ਸਾਨੂੰ CBI ਨੇ ਜਿਹੜੀ ਹੈ ਟੌਰਚਰ ਕੀਤਾ। CBI ਨੇ ਜੋ ਸਾਡੇ ਨਾਲ ਉੱਥੇ ਤਸ਼ੱਦਦ ਕੀਤਾ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਕਹਿੰਦੇ ਦੁਖਦਾਈ ਹੈ ਗੱਲ। ਉਸ ਤੋਂ ਬਾਅਦ ਸਾਨੂੰ ਸ਼ਿਫਟਾਂ ਦੇ ਵਿੱਚ ਜਿਹੜਾ ਕਿ ਜੋਧਪੁਰ ਜੇਲ੍ਹ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ, ਜਿੱਥੇ ਅਸੀਂ 4 ਸਾਲ ਦੇ ਕਰੀਬ ਰਹੇ। ਟੋਟਲ ਅਸੀਂ 5 ਸਾਲ ਉੱਥੇ ਸਾਨੂੰ ਇੱਕ ਸਪੈਸ਼ਲ ਅਦਾਲਤ ਬਣਾਈ ਸੀ ਜੋਧਪੁਰ ਜੇਲ੍ਹ ਦੇ ਵਿੱਚ, ਜਿੱਥੇ ਸਾਡੀ ਹਰ 15 ਦਿਨ ਤਰੀਕ ਪੈਂਦੀ ਸੀ। ਇਹ ਕੇਸ ਸਾਡੇ 'ਤੇ ਜਿਹੜਾ ਚਲਾਇਆ ਗਿਆ। ਸੋ ਇੱਕ ਅਜਮੇਰ ਦੇ ਵਿੱਚ ਸਪੈਸ਼ਲ ਕੋਰਟ ਸੀ, ਇੱਕ ਜੋਧਪੁਰ ਸੀ, ਇੱਕ ਇੱਥੇ ਆਪਣੇ ਨਾਭਾ ਜੇਲ੍ਹ ਦੇ ਵਿੱਚ ਸੀਗੀ। ਸੋ ਉਹ ਵੀ ਇੱਕ ਬੜਾ ਮਾੜਾ ਦੌਰ ਰਿਹਾ, ਕਿਉਂਕਿ ਜਿਹੜੀ ਜੋਧਪੁਰ ਦੀ ਜੇਲ੍ਹ ਹੈ ਉਹ ਵੈਸੇ ਹੀ ਬਹੁਤ ਰੇਤੀਲਾ ਇਲਾਕਾ ਅਤੇ ਗਰਮੀ ਸੀ, ਪਰ ਉੱਥੇ ਵੀ ਸਾਨੂੰ ਇਸ ਤਰ੍ਹਾਂ ਰੱਖਿਆ ਜਾਂਦਾ ਰਿਹਾ, ਜਾਂ ਫੌਜੀ ਕੈਂਪ 'ਚ ਵੀ ਇਸ ਤਰ੍ਹਾਂ ਰੱਖਿਆ ਜਾਂਦਾ ਰਿਹਾ ਬਈ ਜਾਣੀ ਇਹ ਕੋਈ ਦੁਸ਼ਮਣ ਦੇ ਵੈਸੇ ਤਾਂ ਅਸੀਂ ਤਾਂ ਇਹ ਗੱਲ ਸੁਣੀ ਆ ਕਿ ਜਿਹੜੇ ਜਦੋਂ ਫੌਜਾਂ ਦੋ ਦੀਆਂ ਲੜਦੀਆਂ ਨੇ ਤੇ ਵਿਰੋਧੀ ਦੇਸ਼ ਦੇ ਫੌਜੀ ਫੜੇ ਜਾਂਦੇ ਤੇ ਉਹਨਾਂ ਦੇ ਵੀ ਇੱਕ ਕਾਨੂੰਨ ਹੁੰਦਾ ਕਿ ਇਹਨਾਂ ਨੂੰ ਕਿਸ ਢੰਗ ਨਾਲ ਰਹਿਣਾ। ਪਰ ਜੋ ਕੁਝ ਸਾਡੇ ਨਾਲ ਉੱਥੇ ਵਾਪਰਿਆ, ਤੁਹਾਨੂੰ ਦੱਸ ਦਈਏ ਕਿ ਜਦੋਂ ਫੌਜੀ ਕੈਂਪ ਸੀ, ਜਿਹੜੀ ਸਭ ਤੋਂ ਮਾੜੀ ਮੈਨੂੰ ਲੱਗਦਾ ਵੀ ਸ਼ਾਇਦ ਸਿੱਟੀ ਹੋਈ ਸਬਜ਼ੀ ਹੁੰਦੀ ਸੀ, ਸੁੰਡੀਆਂ ਵਾਲੀ। ਸਾਡੀਆਂ ਸਬਜ਼ੀਆਂ ਵਿੱਚ ਆਮ ਤੌਰ 'ਤੇ ਸੁੰਡੀਆਂ, ਜੇ ਅਸੀਂ ਚਾਹ, ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ, ਸ਼ਾਇਦ ਇਹ ਕਹੋਗੇ ਵੀ ਪਤਾ ਨਹੀਂ ਇਹ ਕਿਉਂ ਬੋਲ ਰਿਹਾ। ਜਿਹੜੀ ਸਾਨੂੰ ਚਾਹ ਮਿਲਦੀ ਸੀ, ਚਾਹ ਦੇ ਵਿੱਚ ਵੀ 20-50 ਸੁਸਰੀਆਂ ਹੁੰਦੀਆਂ ਸੀ, ਆਟੇ ਵਿੱਚ ਸੁਸਰੀ ਆਮ ਸੀ, ਕੋਈ ਇਸੇ ਅਸੀਂ ਗਰੇਜ ਨਹੀਂ ਸੀ ਕਰਦੇ। ਇਹੋ ਜਿਹਾ ਦੌਰ ਹੀ ਸਾਡੇ ਨਾਲ ਜੋਧਪੁਰ ਜੇਲ੍ਹ ਦੇ ਅੰਦਰ ਰਿਹਾ। ਉੱਥੇ ਵੀ ਵਿਸ਼ੇਸ਼ ਕਰਕੇ ਜਾਣੀ ਸਾਨੂੰ ਇਸ ਤਰ੍ਹਾਂ ਰੱਖਿਆ ਗਿਆ ਕਿ ਇਹ ਬਹੁਤ ਮਾੜੇ ਲੋਕ ਨੇ। ਸੋ ਉਸ ਸਮੇਂ 'ਚ ਚਲੋ ਗੁਰੂ ਦਾ ਓਟ ਆਸਰਾ ਸੀ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਸਹਿਯੋਗ ਰਿਹਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਪੈਸ਼ਲ ਬੱਸ ਚਲਾਈ ਜਿਹੜੀ ਸਾਡੇ ਘਰ ਦੇ ਪਰਿਵਾਰਾਂ ਨੂੰ ਲੈ ਕੇ ਜਿਹੜੀ ਉੱਥੇ ਜੇਲ੍ਹ ਦੇ ਵਿੱਚ ਸਾਨੂੰ ਮੁਲਾਕਾਤ ਕਰਵਾਉਂਦੇ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਉਹ ਦੌਰ ਰਿਹਾ। ਭਾਵੇਂ ਕਿ ਉੱਥੇ ਉਸ ਸਮੇਂ ਤੁਸੀਂ ਜ਼ਿਕਰ ਕੀਤਾ ਰਾਜਨੀਤਿਕ ਲੋਕਾਂ ਦਾ, ਉਸ ਸਮੇਂ ਸਰ ਤੇ ਬਹੁਤ ਸਾਰੇ ਰਾਜਨੀਤਿਕ ਆਗੂਆਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌੜਾ, ਹੋਰ ਵੀ ਬੜੇ ਆਗੂ ਜਿਹੜੇ ਉੱਥੇ ਸਾਡੇ ਨਾਲ ਜੇਲ੍ਹ ਵਿੱਚ ਤਾਂ ਨਹੀਂ ਸਨ, ਪਰ ਉੱਥੇ ਦੀ ਬਾਹਰ ਜਿਹੜਾ ਕਿਲ੍ਹਾ ਸੀ ਉਹਦੇ ਵਿੱਚ ਉਹਨਾਂ ਨੂੰ ਰੱਖਿਆ। ਸਿੱਖ ਆਗੂਆਂ ਦਾ ਵੈਸੇ ਉੱਥੇ ਰੋਲ ਕੀ ਰਿਹਾ? ਕਿਉਂਕਿ ਕਾਫੀ ਸੁਣਨ ਨੂੰ ਮਿਲਦਾ, ਸਾਡਾ ਜਨਮ ਤਾਂ ਕਾਫੀ ਦੇਰ ਉਸ ਤੋਂ ਬਾਅਦ ਹੋਇਆ, ਸਾਕੇ ਦੇ ਬਾਅਦ। ਸੁਣਨ ਨੂੰ ਮਿਲਦਾ ਕਿ ਜਿਹੜੇ ਸਿੱਖ ਆਗੂ ਸੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਚੜੂਗਾ ਤਾਂ ਸਾਡੀ ਛਾਤੀਆਂ ਦੇ ਉੱਤੋਂ ਲੰਘਣਾ ਪਏਗਾ। ਪਰ ਜਦੋਂ ਉਹ ਹਮਲਾ ਹੋਇਆ ਉਦੋਂ ਸਿੱਖ ਜਥੇਬੰਦੀਆਂ ਕਿੱਥੇ ਸੀ? ਦੇਖੋ, ਉਹੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਜਦੋਂ ਇਹ ਮੋਰਚਾ ਚੱਲ ਰਿਹਾ ਸੀ, ਉਹ ਧਰਮ ਯੁੱਧ ਮੋਰਚਾ ਨੂੰ ਨਾਂ ਦਿੰਦੇ ਸੀ। ਉਹਦੇ ਡਿਕਟੇਟਰ ਤਾਂ ਹਰਚੰਦ ਸਿੰਘ ਲੌਂਗੋਵਾਲ ਸੀ, ਉਹਨਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਉਹਨਾਂ ਦੇ ਨਾਲ, ਉਹਨਾਂ ਨੂੰ ਸਹਿਯੋਗੀ ਰੱਖਿਆ ਗਿਆ ਸੀ। ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਮਰਜੀਊੜੇ ਤਿਆਰ ਕੀਤੇ, ਜਿਵੇਂ ਪਹਿਲਾਂ ਜ਼ਿਕਰ ਕੀਤਾ। ਉਹ ਮਰਜੀਊੜਿਆਂ ਵਿੱਚ ਬਹੁਤ ਸਾਰੇ ਲੋਕ ਸਨ, ਲੀਡਰ ਵੀ ਸਨ, ਹੋਰ ਵੀ ਸਨ। ਸੋ ਜਿਨ੍ਹਾਂ ਨੂੰ ਉਸ ਸਮੇਂ ਦੀ ਚਿਣਕ ਸੀ ਉਹ ਗਏ ਵੀ, ਉਹਨਾਂ ਨੇ ਬਾਅਦ 'ਚ ਲੜਾਈਆਂ ਵੀ ਲੜੀਆਂ। ਪਰ ਠੀਕ ਹੈ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਸ ਮੰਜ਼ਰ ਤੱਕ ਪਹੁੰਚਣਾ ਬੜਾ ਔਖਾ ਹੋ ਜਾਂਦਾ। ਸੋ ਭਾਵੇਂ ਕਿ ਜੇਲ੍ਹਾਂ ਦੇ ਵਿੱਚ ਤਾਂ ਜੇਲ੍ਹਾਂ ਕੱਟੀਆਂ ਬਰਾਬਰ ਉਹਨਾਂ ਨੇ, ਪਰ ਇਸ ਤਰ੍ਹਾਂ ਦੇ ਮਾਹੌਲ ਦੇ ਅੰਦਰ ਜਿਹੜਾ ਉਹ ਦੌਰ ਸੀ, ਕਿਉਂਕਿ ਸਿਆਸੀ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਜਿਹੜਾ ਸਰਕਾਰਾਂ ਦੇ ਨਾਲ ਜਿਹੜਾ ਤਾਲਮੇਲ ਉਹ ਇੱਕ ਬੜਾ ਨੇੜਤਾ ਦਾ ਹੋ ਜਾਂਦਾ। ਸੋ ਉਹਨਾਂ ਦਾ ਅਤੇ ਸੰਤਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਸਨ ਜਿਨ੍ਹਾਂ ਨੇ ਲੜਾਈ ਲੜੀ ਆ, ਉਹਨਾਂ ਦਾ ਭਾਵੇਂ
ਸਰਕਾਰਾਂ ਵਖਰੇਵਾਂ ਕਰਦੀਆਂ ਰਹੀਆਂ, ਪਰ ਫਿਰ ਵੀ ਉਹ ਲੋਕ ਜਿਹੜੇ ਆ ਉਹਨਾਂ ਸਮਿਆਂ 'ਚ ਸਾਡੇ ਨਾਲ ਜੇਲ੍ਹ ਦੇ ਵਿੱਚ ਰਹੇ। ਕਾਫੀ ਲੋਕ ਉਦੋਂ ਆਗੂਆਂ ਨੇ ਅਸਤੀਫੇ ਦਿੱਤੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਵੇਲੇ ਅਸਤੀਫਾ ਦਿੱਤਾ, ਤੇ ਸਾਡੇ ਜਿਹੜੇ IPS ਆਫੀਸਰ ਸੀ ਸਿਮਰਨਜੀਤ ਸਿੰਘ ਮਾਨ ਜੋ ਹੁਣ ਆਪਣੀ ਪਾਰਟੀ ਚਲਾਉਂਦੇ ਨੇ, ਉਹਨਾਂ ਨੇ ਵੀ ਉਦੋਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ, ਜੇਲ੍ਹਾਂ ਕੱਟੀਆਂ। ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਬਿਲਕੁਲ ਠੀਕ ਹੈ। ਦੇਖੋ ਗੱਲ ਹੀ ਬੜੀ ਵੱਡੀ ਸੀ ਸਿੱਖਾਂ ਦੇ ਉੱਤੇ। ਇਹ ਜਿਹੜਾ ਦਰਬਾਰ ਸਾਹਿਬ ਦਾ ਹਮਲਾ, ਇਹਦੇ ਅਸਰ ਦੇਖੋ ਕਿੰਨੇ ਹੋਏ। ਉਸ ਹਮਲੇ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਇੱਕ ਜਿਹੜੀ ਤਾਕਤ ਫੌਜ ਹੁੰਦੀ ਆ, ਤੇ ਕਿੱਥੇ ਦੇਖੋ ਰਾਮਗੜ੍ਹ ਜਿਹੜਾ ਵਾ ਉਹ ਇੰਨੀ ਸੈਂਕੜੇ ਦੂਰ, ਉੱਥੋਂ ਫੌਜੀ ਜਿਹੜੇ ਆ ਬਗਾਵਤ ਕਰਕੇ ਚਲੇ, ਟੈਂਕ ਤੋਂ ਨਾਲ ਲੈ ਕੇ ਚਲੇ। ਇੱਥੇ ਰਾਜਸਥਾਨ ਤੋਂ ਫੌਜਾਂ ਨੇ ਬਗਾਵਤ ਕਰ ਲਈ, ਕਿੰਨੇ ਫੌਜੀ ਜਿਹੜੇ ਆ ਉਹਨਾਂ ਨੇ ਬਗਾਵਤ ਕੀਤੀ। ਇਹ ਵੱਡੀ ਗੱਲ ਸੀ। ਉਸ ਤੋਂ ਬਾਅਦ ਜਿਹੜੇ ਸਾਡੇ ਕੁਛ ਅਖਬਾਰ ਰਵੀਜ਼ ਸੀ ਉਹਨਾਂ ਨੇ ਅਸਤੀਫੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ। ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਮੈਂ ਅੱਜ ਵੀ ਬੜੀ ਦਿਲ ਤੋਂ ਕਦਰ ਕਰਦਾ, ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਆ ਕੇ ਜਿਵੇਂ ਕਹਿੰਦੇ ਇਹ ਹੱਕ ਵਿੱਚ ਕੀਤੀ ਆ। ਹਰ ਸਿੱਖ ਦੇ ਮਨ ਦੇ ਅੰਦਰ ਅੱਜ ਵੀ ਇੰਨੀ ਦੇਰ ਲੰਘਣ ਤੋਂ ਬਾਅਦ 'ਚ ਵੀ ਹਰ ਸਿੱਖ ਦੇ ਮਨ ਦੇ ਅੰਦਰ ਇੱਕ ਦਰਦ ਹੈ, ਕਿਉਂਕਿ ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਦਾ, ਗੁਰ ਸਥਾਨਾਂ ਦਾ ਕਦੇ ਵੀ ਅਪਮਾਨ ਨਹੀਂ ਹੋਣ ਦਿੰਦਾ, ਹਮੇਸ਼ਾ ਉਹਦੇ ਲਈ ਜਾ ਕੇ ਖੜ੍ਹਦਾ ਤੇ ਆਪਣਾ ਸਿਰ ਤਾਲੀ 'ਤੇ ਰੱਖ ਕੇ ਵੀ ਲੜਾਈ ਲੜਦਾ। ਇਹ ਗੱਲ ਸਿੱਖਾਂ ਦਾ ਇਤਿਹਾਸ ਹੈ। ਤੇ ਹਮਲੇ ਤੋਂ ਪਹਿਲਾਂ ਸੰਤਾਂ ਦੇ ਨਾਲ ਸਰਕਾਰ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇਹ ਮਸਲਾ ਸੁਲਝੇ, ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੇ ਨਾਲ? ਮੈਨੂੰ ਲੱਗਦਾ ਵੀ ਦਿਖਾਵੇ ਦੇ ਤੌਰ ਤੇ ਤਾਂ ਬਹੁਤ ਕੁਝ ਕੀਤਾ ਗਿਆ ਜੀ, ਪਰ ਕਾਰਨ ਕੀ ਸੀਗਾ ਕਿ ਸੰਤਾਂ ਦੀ ਇੱਕੋ ਹੀ ਗੱਲ ਸੀਗੀ। ਸੰਤਾਂ ਨੇ ਇਹ ਗੱਲ ਕਹੀ ਸੀਗੀ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ, ਜਿਹਨੂੰ ਅਨੰਦਪੁਰ ਦਾ ਮਤਾ ਕਹਿ ਦਿੰਦੇ ਸੀ, ਅਨੰਦਪੁਰ ਦਾ ਮਤਾ ਕੋਈ ਵੱਖਵਾਦ ਦੀ ਗੱਲ ਨਹੀਂ ਕਰਦਾ। ਅੱਜ ਵੀ ਉਹਨੂੰ ਜੇ ਇਸ ਗੱਲ ਹੀ ਭਾਰਿਆ ਜਾਂਦਾ ਵੱਖਵਾਦ ਦੀ ਗੱਲ ਕਰਦਾ। ਅੱਜ ਵੀ ਦੇਸ਼ ਦੇ ਬਹੁਤ ਸਾਰੇ ਲੋਕ ਆ ਸੂਬੇ ਨੂੰ ਵੱਧ ਘਰ ਦੀ ਗੱਲ ਕਰਦੇ ਆ, ਤੇ ਸੰਤਾਂ ਨੇ ਇਹੀ ਗੱਲ ਕਹੀ, ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਸੀ। ਤੇ ਉਹ ਕੋਈ ਆਪਣੇ ਲਈ ਨਹੀਂ ਸੀਗਾ। ਉਹਨਾਂ ਨੇ ਕੋਈ ਮੰਤਰੀ ਨਹੀਂ ਸੀ ਬਣਨਾ, ਮੁੱਖ ਮੰਤਰੀ ਨਹੀਂ ਸੀ ਬਣਨਾ, ਜਾਂ ਕੋਈ ਸੱਤਾ ਨਹੀਂ ਸੀ ਥਿਆਉਣੀ। ਉਹਨਾਂ ਦਾ ਤਾਂ ਕੰਮ ਇਹ ਸੀ ਕਿ ਸਿੱਖਾਂ ਨਾਲ ਜੋ ਇਸ ਦੇਸ਼ ਦੇ ਅੰਦਰ ਧੱਕਾ ਹੋਇਆ, ਕਿਉਂਕਿ ਕੁਰਬਾਨੀ ਜਿਹੜੀ ਹੈ ਸਭ ਤੋਂ ਵੱਡੀ ਸਿੱਖਾਂ ਦੀ ਹੈ। ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਸਭ ਤੋਂ ਵੱਧ ਸਿਰ ਸਿੱਖਾਂ ਨੇ ਦਿੱਤੇ ਆ। ਦੇਸ਼ ਭੁੱਖੇ ਢਿੱਡ ਨੂੰ ਸਿੱਖਾਂ ਨੂੰ ਉਹਨਾਂ ਨੇ ਕਿਹਾ ਇੰਨੀ ਮਿਹਨਤ ਕਰਕੇ ਇਸ ਦੇਸ਼ ਨੂੰ ਜਿਹੜੀ ਰੋਟੀ ਦਿੱਤੀ ਹੈ। ਉਹਨਾਂ ਨੂੰ ਇਹ ਸੀ ਕਿ ਇਹਨਾਂ ਨਾਲ ਜਿਹੜਾ ਧੱਕਾ ਵਿਤਕਰਾ ਹੋ ਰਿਹਾ ਉਹ ਨਾ ਹੋਵੇ। ਉਹਨਾਂ ਦਾ ਆਪਣਾ ਕੋਈ ਮਕਸਦ ਨਹੀਂ ਸੀ, ਪਰ ਕਾਰਨ ਕੀ ਸੀ ਕਿ ਜਿਹੜਾ ਸੈਂਟਰ ਸੀ ਉਹ ਬੇਈਮਾਨ ਸੀ, ਪੰਜਾਬ ਲਈ ਤੇ ਖਾਸ ਤੌਰ 'ਤੇ ਸਿੱਖਾਂ ਲਈ ਬੇਈਮਾਨ ਸੀ। ਉਹ ਕਹਿ ਕੇ ਬਹੁਤ ਵਾਰ ਇਹ ਮੁੱਕਰ ਜਾਂਦਾ ਸੀ, ਜਿਹਦੇ ਕਰਕੇ ਇਹ ਗੱਲ ਜਿਹੜੀ ਸਿਰੇ ਨਹੀਂ ਚੜੀ। ਤੇ ਪਹਿਲਾਂ ਤੁਸੀਂ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਹਮਲੇ ਦੀ ਤਿਆਰੀ ਪੂਰੀ ਹੋ ਚੁੱਕੀ ਸੀ, ਫੌਜ ਨੇ ਮੋਰਚਾਬੰਦੀ ਆਪਣੀ ਪੂਰੀ ਕਰ ਲਈ ਸੀ, ਕਾਫੀ ਜਿਹੜੇ ਲੋਕ ਨੇ ਉਹ ਦਰਬਾਰ ਸਾਹਿਬ ਚੋਂ ਬਾਹਰ ਵੀ ਨਿਕਲੇ ਸੀਗੇ, ਕਾਫੀ ਜਥੇਬੰਦੀਆਂ ਵੀ ਨਿਕਲੀਆਂ ਸੀ। ਉਹ ਕਿਸ ਤਰ੍ਹਾਂ ਦਰਬਾਰ ਸਾਹਿਬ ਚੋਂ ਬਾਹਰ ਨਿਕਲੀਆਂ, ਕਿਉਂਕਿ ਜਦ ਫੌਜ ਨੇ ਕਰਫਿਊ ਲਾਇਆ ਹੋਇਆ ਸੀ? ਕਿਸ ਤਰ੍ਹਾਂ ਉਹ ਬਾਹਰ ਜ਼ਿਕਰ ਕੀਤਾ ਕਿ 2 ਤਰੀਕ ਨੂੰ ਕਰਫਿਊ ਲੱਗਦਾ, 3 ਤਰੀਕ ਨੂੰ ਕਰਫਿਊ ਵੀ ਢਿੱਲ ਦੇ ਦਿੱਤੀ ਗਈ। ਅੱਛਾ ਜੀ, 3 ਤਰੀਕ ਨੂੰ ਕਰਫਿਊ ਵੀ ਢਿੱਲ ਦਿੱਤੀ ਗਈ ਹੈ। ਸਪੀਕਰ ਵਿੱਚ ਬੋਲਿਆ ਗਿਆ ਕਿ ਜਿਹੜੇ ਲੋਕ ਆ ਬਾਹਰ ਆ ਜਾਣ ਜੀ। ਪਰ ਗੱਲ ਕੀ ਸੀ ਵੀ ਯਾਤਰੂ ਜਿਹੜੇ ਮੰਨ ਲਓ ਉਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸੀ, ਜਿਹੜੀ ਗੁਰਪੁਰਬ ਦੇ ਵਾਸਤੇ ਉਹ ਇੱਥੇ ਦਰਸ਼ਨ ਕਰਨ ਲਈ ਆਏ ਸੀ, ਥੋੜ੍ਹੇ ਗਏ ਆ ਜੀ, ਥੋੜ੍ਹੇ ਨਿਕਲੇ ਵੀ ਆ। ਪਰ ਇਸ ਤਰ੍ਹਾਂ ਦਾ ਕਿਸੇ ਨੂੰ ਇਹ ਨਹੀਂ ਸੀਗਾ ਕਿ ਦਰਬਾਰ ਸਾਹਿਬ 'ਤੇ ਕੋਈ ਹਮਲਾ ਹੋ ਜਾਏਗਾ। ਉਸ ਤਰ੍ਹਾਂ ਪਹਿਲਾਂ ਫੋਰਸਾਂ ਬੜੀ ਲੰਬੇ ਸਮੇਂ ਤੋਂ ਉੱਥੇ ਲੱਗੀਆਂ, ਪਹਿਲਾਂ ਪੁਲਿਸ ਹੈ, ਫਿਰ CRP ਹੈ, ਫਿਰ ਹੋਰ ਹੈ। ਜਦੋਂ ਪਤਾ ਲੱਗ ਗਿਆ, ਬਹੁਤ ਸਾਰੇ ਆਵਾਮ ਨੂੰ ਤਾਂ ਸ਼ਾਇਦ ਇਹ ਪਤਾ ਵੀ ਨਹੀਂ ਸੀ, ਪਰ ਕੀ ਹੈ ਵੀ ਜਦੋਂ ਅੰਦਰ ਖਾਤੇ ਇਸ ਗੱਲ ਦਾ ਪਤਾ ਲੱਗਾ ਕਿ ਫੌਜ ਨੇ ਮੋਰਚੇ ਸਾਂਭ ਲਿਆ। ਪਰ ਉਹ ਜਿਹੜਾ ਕਿ 4 ਤਰੀਕ ਨੂੰ ਫਿਰ ਜਿਹੜਾ 3 ਤਰੀਕ ਨੂੰ ਕਰਫਿਊ ਰਾਤ ਨੂੰ ਲਾ ਦਿੱਤਾ, 4 ਤਰੀਕ ਨੂੰ ਸਵੇਰੇ 5 ਵਜੇ ਜਿਹੜਾ ਪਹਿਲਾ ਗੋਲਾ ਅਕਾਲ ਤਖਤ ਸਾਹਿਬ 'ਤੇ ਜਾਂ ਪ੍ਰੈਮਿਸਿਸ ਦੇ ਵਿੱਚ ਚੱਲਦਾ ਰਿਹਾ, ਜਿਹੜਾ ਕਿ 4 ਨੂੰ 5 ਨੂੰ 6 ਨੂੰ ਜਾ ਕੇ ਜਿਹੜੀ ਇਹ ਸ਼ਹਾਦਤ ਹੁੰਦੀ ਹੈ ਸੰਤਾਂ ਦੀ। ਫਿਰ ਟੈਂਕ ਜਿਹੜੇ ਆ ਵੜਦੇ ਆ, ਤੇ ਉਹ ਟੈਂਕ ਜਿਹੜੇ ਆ ਟਾਰਗੇਟ, ਸਭ ਤੋਂ ਵੱਡਾ ਟਾਰਗੇਟ ਉਹ ਅਕਾਲ ਤਖਤ ਸਾਹਿਬ ਨੂੰ ਕਰਦੇ ਆ। ਜੋ ਤਸਵੀਰ ਆ ਉਸ ਅਕਾਲ ਤਖਤ ਸਾਹਿਬ ਦੀ ਉਹ ਤੁਸੀਂ ਦੇਖੀ ਹੋਣੀ ਹੈ। ਤੋ ਇਹ ਜਿਹੜੀ ਬਾਹਰ ਨਿਕਲਣ ਵਾਸਤੇ ਮੌਕਾ ਦਿੱਤਾ ਗਿਆ, ਪਰ ਕਿਉਂਕਿ ਜਿਹੜੇ ਉਸ ਜਜ਼ਬੇ ਵਾਲੇ ਲੋਕ ਸੀ ਉਹ ਬਾਹਰ ਨਹੀਂ ਨਿਕਲੇ। ਕਿਹਾ ਜਾਂਦਾ ਕਿ ਜਦੋਂ ਫੌਜ ਨੇ ਹਮਲਾ ਕੀਤਾ ਸੀ ਤੇ ਅੰਦਰੋਂ ਵੀ ਜਿਹੜਾ ਜਵਾਬ ਦਿੱਤਾ ਜਾ ਰਿਹਾ ਸੀਗਾ, ਇਹ ਫਿਰ ਕਿਸ ਤਰ੍ਹਾਂ ਸਾਰਾ ਕੁਝ ਅੰਦਰੋਂ ਹਥਿਆਰ ਵਗੈਰਾ ਕਿੱਦਾਂ ਇਹ ਜਵਾਬੀ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ? ਹਥਿਆਰ ਦੇ ਬਾਰੇ ਤਾਂ ਸਰਕਾਰ ਹੀ ਦੱਸ ਸਕਦੀ ਹੈ। ਵੈਸੇ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਕੋਈ ਵੀ ਜਿਹੜੀ ਗੱਲ ਹੁੰਦੀ ਆ ਉਹ ਸਰਕਾਰਾਂ ਨੂੰ ਉਹਦੇ ਬਾਰੇ ਪੂਰਾ ਪਤਾ ਹੁੰਦਾ, ਪਰ ਕੀ ਹੈ ਵੀ ਜਦੋਂ ਇਹ ਗੱਲ ਬਿਲਕੁਲ ਸਿਖਰ 'ਤੇ ਆ ਜਾਂਦੀ ਹੈ ਤਾਂ ਫਿਰ ਸਿੱਖਾਂ ਕੋਲ ਜਿੰਨਾ ਵੀ ਕੁਛ ਹੈ ਸੀ ਉਸ ਸਮੇਂ ਜੀ, ਉਸ ਗੱਲ ਨੂੰ ਲੈ ਕੇ ਮੋਰਚਾਬੰਦੀ ਕੀਤੀ ਜਨਰਲ ਸਵੇਗ ਸਿੰਘ ਉਹਨਾਂ ਨੇ, ਕਿਉਂਕਿ ਉਹ ਇੱਕ ਬਹੁਤ ਮਾਰਸ਼ਲ ਜਰਨੈਲ ਰਹੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ। ਤਾਂ ਹੀ ਜਿਹੜੇ ਸਰਕਾਰੀ ਅੰਕੜੇ ਅੱਜ ਵੀ ਇਸ ਗੱਲ ਲਈ ਜਿਵੇਂ ਕਹਿੰਦੇ ਹੁੰਦੇ ਵੀ ਬੁਖਲਾਏ ਹੋਏ ਨੇ ਵੀ ਕਿ ਇੰਨੀ ਕੈਜੂਅਲਟੀ, ਇੰਨੇ ਫੌਜੀ ਮਰਨੇ, ਇੰਨੇ ਉੱਥੇ ਜ਼ਖਮੀ ਹੋਣੇ, ਜਿਹਦਾ ਬਾਰੇ ਉਹਨਾਂ ਨੇ ਚੇਤਾ ਸੁਪਨਾ ਵੀ ਨਹੀਂ ਸੀ ਲਿਆ।
ਕਿ ਉਹਨਾਂ ਨੂੰ ਆਸ ਹੀ ਨਹੀਂ ਸੀ। ਉਹ ਤਾਂ ਇਹ ਸੀ ਵੀ ਅਸੀਂ 4 ਘੰਟੇ ਦਾ ਟਾਈਮ ਦਿਓ ਤੇ ਅਸੀਂ ਇਹਨੂੰ ਸੰਤ ਪਿੰਡਰਾਲਾ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਅਸੀਂ ਕਬਜ਼ਾ ਕਰ ਲਾਂਗੇ। ਉਹ ਇਹ ਚੀਜ਼ ਵਿੱਚ ਜੋ ਕੁਛ ਅੰਦਰ ਜੋ ਕੁਛ ਸੀਗਾ ਉਹਦੇ ਨਾਲ ਥੋੜ੍ਹੇ ਜਿਹੇ ਹਥਿਆਰਾਂ ਨਾਲ ਹੀ ਫਿਰ ਉਹਨਾਂ ਨੇ ਮੁਕਾਬਲਾ ਕੀਤਾ ਜਦੋਂ ਸਿਰ ਤੇ ਆਣ ਪਈ ਹੈ। ਤੋ ਉਹ ਗੱਲ ਜਿਹੜੀ ਮੋਰਚਾਬੰਦੀ ਸੀ ਸਾਰੀ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਜਨਰਲ ਸੁਬੇਗ ਸਿੰਘ ਦਾ ਸੀ। ਤੇ ਆਖਰੀ ਸਵਾਲ ਮੇਰਾ ਤੁਹਾਡੇ ਨਾਲ ਇਹੀ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ, ਕਿੱਦਾਂ ਉਹਨਾਂ ਦੇ ਕੋਲ ਪਹੁੰਚੇ, ਕਿੱਦਾਂ ਉਹਨਾਂ ਦੇ ਨਾਲ ਤੁਸੀਂ ਆਪਣੀ ਸੇਵਾ ਕੀਤੀ ਹੈ? ਦੇਖੋ, ਉਸ ਸਮੇਂ ਤੇ ਜਿਹੜੀ 78 ਤੋਂ ਬਾਅਦ ਸੰਤਾਂ ਦਾ ਜਿਹੜਾ ਵਾਰ ਆਉਂਦਾ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਸਤਿਕਾਰ ਪੈਦਾ ਹੋਇਆ। ਜੋ ਸੰਘਰਸ਼ ਦੀ ਗੱਲ ਹੋਈ ਹੈ, ਸੰਤਾਂ ਦੀ ਆਵਾਜ਼ ਤੇ ਹਰ ਸਿੱਖ ਜਿਹੜਾ ਵਾ ਨੌਜਵਾਨ ਦਾ ਖਾਸ ਤੌਰ ਤੇ ਉਹ ਉਹਨਾਂ ਦੀ ਆਵਾਜ਼ ਤੇ ਖੜ੍ਹਦਾ ਹੁੰਦਾ ਸੀ। ਸੰਤਾਂ ਦੀ ਉਸ ਮੁਹਿੰਮ ਦੇ ਵਿੱਚ ਅਸੀਂ ਸ਼ਾਮਲ ਹੋਏ। ਮੈਂ GN ਕਾਲਜ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਸੀ। ਇਹ ਕਾਲਜ ਕਾਫੀ ਨਾਮ ਜਾਣਿਆ ਜਾਂਦਾ ਸੀ ਉਸ ਸਮੇਂ ਦੇ ਮੂਵਮੈਂਟ ਦੇ ਨਾਲ ਜੁੜਿਆ। ਅਸੀਂ ਉਦੋਂ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੋਏ। ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਾਡੇ ਪ੍ਰਧਾਨ ਸੀ। ਤੋ ਉਦੋਂ ਉਸ ਜਥੇਬੰਦੀ ਵਿੱਚ ਉਦੋਂ ਤੋਂ ਸ਼ਾਮਲ ਹੋ ਕੇ ਅੱਜ ਤੱਕ ਉਹਦੀਆਂ ਸੇਵਾਵਾਂ ਨਿਭਾਉਣ ਦਾ ਸਾਨੂੰ ਮਾਣ ਮਿਲਦਾ, ਕਿਉਂਕਿ ਇਸ ਜਥੇਬੰਦੀ ਨੇ ਹੀ ਹੁਣ ਤੱਕ ਆਪਣੇ ਆਪ ਨੂੰ ਕੌਮ ਦੇ ਧਰਮ ਦੀ ਸੇਵਾ ਕਰਨ ਦੇ ਲਈ ਜਿੰਨਾ ਵੀ ਕੋਈ ਮੌਕਾ ਬਖਸ਼ਿਆ ਇਸ ਜਥੇਬੰਦੀ ਪਲੇਟਫਾਰਮ ਤੋਂ ਮਿਲਿਆ, ਉਹ ਅੱਜ ਵੀ ਅਸੀਂ ਉਸ ਜਥੇਬੰਦੀ ਦੇ ਲਈ ਜਿਵੇਂ ਕਹਿੰਦੇ ਹੁੰਦੇ ਵੀ ਹਾਜ਼ਰ। ਮੈਂ ਦੇਖ ਰਿਹਾ ਗਰੇਵਾਲ ਸਾਹਿਬ ਤੁਹਾਡਾ ਭਾਵੁਕ ਹੋਣਾ ਵੀ ਸੁਭਾਵਿਕ ਹੈ, ਕਿਉਂਕਿ ਗੱਲ ਹਰਿਮੰਦਰ ਸਾਹਿਬ ਦੀ ਹੋ ਰਹੀ ਹੈ, ਅਕਾਲ ਤਖਤ ਸਾਹਿਬ ਦੀ ਹੋ ਰਹੀ ਹੈ, ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹੋ ਰਹੀ ਹੈ। ਕਾਫੀ ਲੋਕ ਜੋ ਨੇ ਸਿੱਖ ਸੰਗਤਾਂ ਉਹਨਾਂ ਨੂੰ ਮੰਨਦੀਆਂ ਨੇ। ਅਕਾਲ ਤਖਤ ਸਾਹਿਬ ਵੀ ਸਾਡਾ ਸੁਪਰੀਮ ਸੰਸਥਾ ਜਿਹੜੀ ਸਿੱਖ ਕੌਮ ਦੀ। ਭਾਵੁਕ ਹੋਣਾ ਸੁਭਾਵਿਕ ਹੈ, ਤੁਹਾਡੇ ਵੀ ਦੇਖ ਰਿਹਾ ਮੈਂ, ਅੱਖਾਂ ਦੇ ਵਿੱਚ ਹੰਝੂ ਵੀ ਆ ਰਹੇ ਨੇ, ਗਲਾ ਵੀ ਭਰ ਰਿਹਾ। ਤਾਂ ਤੁਸੀਂ ਤਾਂ ਸਗੋਂ ਇਹ ਆਪ ਸੰਤਾਪ ਹੋ ਗਿਆ, ਸੁਣਨ ਵਾਲਾ ਤਾਂ ਆਪੇ ਭਾਵੁਕ ਹੋਊਗਾ ਜਦੋਂ, ਪਰ ਤੁਸੀਂ ਆਪ ਇਹ ਸਾਰਾ ਕੁਝ ਸੰਤਾਪ ਆਪਣੇ ਆਪ ਤੇ ਭੋਗ ਗਿਆ ਤਾਂ ਤੁਹਾਡਾ ਵੀ ਭਾਵੁਕ ਹੋਣਾ ਪੂਰਾ ਸੁਭਾਵਿਕ ਹੈ। ਮੈਂ ਸਮਝ ਸਕਦਾ ਤੁਹਾਡੀ ਇਸ ਗੱਲ ਨੂੰ। ਤਾਂ ਇਹ ਸਨ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ, ਜੋ ਸਾਕਾ ਨੀਲਾ ਤਾਰਾ ਦੇ ਚਸ਼ਮਦੀਦ ਰਹੇ ਨੇ। ਖੁਦ ਇਹਨਾਂ ਨੇ ਉਹ ਸੰਤਾਪ ਭੋਗਿਆ, ਜੇਲ੍ਹਾਂ ਕੱਟੀਆਂ ਨੇ। ਤਾਂ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਰਾ ਉਹ ਵਾਕਿਆ ਉੱਥੇ ਵਾਪਰਿਆ, ਕਿਸ ਤਰ੍ਹਾਂ ਸੰਤਾਂ ਦੀ ਸ਼ਹਾਦਤ ਹੋਈ, ਕਿਸ ਤਰ੍ਹਾਂ ਆਰਮੀ ਨੇ ਉੱਥੇ ਮੋਰਚਾਬੰਦੀ ਕੀਤੀ ਸੀ। ਤਾਂ ਇਹ ਹਰੇਕ ਸਿੱਖ ਲਈ ਜਾਣਨਾ ਜ਼ਰੂਰੀ ਹੈ। ਅੱਜ ਦੀ ਪੀੜ੍ਹੀ ਵਾਸਤੇ ਜਿਨ੍ਹਾਂ ਨੂੰ ਪੁਰਾਣਾ ਇਤਿਹਾਸ ਨਹੀਂ ਪਤਾ, ਕਾਫੀ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਆ ਰਹੀ ਹੈ ਜਾਂ ਅੱਗੇ ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਨੂੰ ਸਾਰਾ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਸਾਡੇ ਸਿੱਖ ਕੌਮ ਨੇ, ਸਾਡੇ ਸਿੱਖ ਜਰਨੈਲਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੇ ਵਾਸਤੇ। ਤਾਂ ਅੱਜ ਦੀ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।